ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 386 ਤੇ ਉੱਤੋਂ 7ਵੀਂ ਪੰਕਤੀ ਹੈ। ਆਸਾ ਮਹਿਲਾ ਪੰਜਵਾਂ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਿ ਗਾਈਐ। ਉੱਠਦਿਆਂ ਬੈਠਦਿਆਂ ਸੁੱਤਿਆਂ ਪਰਮਾਤਮਾ ਨਾਮ ਜਪਦੇ ਰਹਿਣਾ ਚਾਹੀਦਾ। ਮਾਰਗ ਚਲਤ, ਜੇ ਤੁਸੀਂ ਰਾਹ 'ਤੇ ਤੁਰ ਰਹੇ ਹੋ, ਹਰੇ ਹਰਿ ਗਾਈਐ, ਪਰਮਾਤਮਾ ਦੇ ਗੀਤ ਗਾਉਣੇ ਚਾਹੀਦੇ ਹਨ। ਪਾਪ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ। ਉੱਠੇ ਹੋ, ਬੈਠੇ ਹੋ, ਸੁੱਤੇ ਹੋ ਜਾਂ ਤੁਰ ਰਹੇ ਹੋ, ਕਹਿੰਦੇ ਹਰੀ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ। ਊਠਤ ਬੈਠਤ ਸੋਵਤ ਧਿਆਈਐ, ਊਠਤ ਬੈਠਤ ਸੋਵਤ ਧਿਆਈਐ, ਊਠਤ ਬੈਠਤ ਸੋਵਤ ਧਿਆਈਐ। ਮਾਰਗ ਚਲਤ ਹਰੇ ਹਰਿ ਗਾਈਐ, ਮਾਰਗ ਚਲਤ ਹਰੇ ਹਰਿ ਗਾਈਐ। ਭਾਵ ਅਵਸਥਾ ਕੋਈ ਵੀ ਹੋਵੇ, ਚਾਹੇ ਬੰਦਾ ਖੜਾ ਹੈ, ਚਾਹੇ ਬੈਠਾ ਹੈ, ਚਾਹੇ ਸੁੱਤਾ ਹੋਇਆ, ਚਾਹੇ ਕਿਸੇ ਰਾਹ 'ਤੇ ਜਾ ਰਿਹਾ ਹੈ, ਹਰੀ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ। ਪਾਪ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ। ਹੋਰ ਕੀ ਕਰਨਾ? ਸ਼ਰਵਣ, ਇਹਨੂੰ ਸਰਵਣ ਨਹੀਂ ਪੜ੍ਹਨਾ, ਇਹ ਹਿੰਦੀ ਦਾ ਸ਼ਬਦ ਹੈ ਸ਼ਰਵਣ, ਕੰਨਾਂ ਨਾਲ। ਸ਼ਰਵਣ ਸੁਨੀਜੈ ਅੰਮ੍ਰਿਤ ਕਥਾ, ਅੰਮ੍ਰਿਤ ਕਥਾ ਪਾਪ ਪਰਮਾਤਮਾ ਦੀ ਸਿਫਤ ਸਲਾਹ। ਕੰਨਾਂ ਨਾਲ ਪਰਮਾਤਮਾ ਦੀ ਸਿਫਤ ਸਲਾਹ ਸੁਣਨੀ ਚਾਹੀਦੀ ਹੈ। ਜਾਸ ਸੁਣੀ, ਜਿਹੜਾ ਫਿਰ ਸੁਣਦਾ ਹੈ ਨਾ, ਮਨ ਹੋਏ ਆਨੰਦਾ, ਉਹਦੇ ਮਨ 'ਚ ਬੜੀ ਖੁਸ਼ੀ ਪੈਦਾ ਹੋ ਜਾਂਦੀ ਹੈ। ਦੁੱਖ ਰੋਗ ਮਨ ਸਗਲੇ ਲੱਥ, ਉਹਦੇ ਮਨ ਤੋਂ ਸਾਰੇ ਦੁੱਖ ਸਾਰੇ ਰੋਗ ਲੈ ਜਾਂਦੇ ਹਨ। ਸੋ ਕੰਨਾਂ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਸੁਣਨੀ ਚਾਹੀਦੀ ਹੈ। ਕਹਿੰਦੇ ਜਿਹੜਾ ਸੁਣਦਾ ਉਹਦਾ ਮਨ ਆਨੰਦਿਤ ਹੋ ਜਾਂਦਾ ਹੈ, ਦੁੱਖ ਰੋਗ ਮਨ ਤੋਂ ਸਾਰੇ ਲੈ ਜਾਂਦੇ ਹਨ। ਰਹਾਉ ਕਾਰਜ ਕਾਮ ਬਾਟ ਘਾਟ ਜਪੀਜੈ। ਕੋਈ ਕੰਮ ਕਰ ਰਹੇ ਹੋ, ਬਾਟ ਘਾਟ ਰਾਹ 'ਤੇ ਤੁਰ ਰਹੇ ਹੋ, ਜਪੀਜੈ, ਪਰਮਾਤਮਾ ਨਾਮ ਜਪਦੇ ਰਹਿਣਾ ਚਾਹੀਦਾ। ਚਾਹੇ ਕੋਈ ਕੰਮ ਕਰ ਰਹੇ ਹੋ, ਚਾਹੇ ਤੁਰ ਰਹੇ ਹੋ, ਚਾਹੇ ਕਿਤੇ ਠਹਿਰੇ ਹੋਏ ਹੋ, ਨਾਮ ਜਪਦੇ ਰਹਿਣਾ। ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ। ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਤੁਹਾਨੂੰ ਨਾਮ ਅੰਮ੍ਰਿਤ ਤੁਸੀਂ ਪੀਓਗੇ, ਨਾਮ ਅੰਮ੍ਰਿਤ ਪੀਓਗੇ। ਕਹਿੰਦੇ ਤੁਸੀਂ ਦਿਨ ਸਰੈਣ ਹਰ ਕੀਰਤਨ ਗਾਈਏ, ਦਿਨ ਰਾਤ ਪਰਮਾਤਮਾ ਦੀ ਸਿਫਤ ਸਲਾਹ ਗਾਉਣੀ ਚਾਹੀਦੀ ਹੈ। ਭਾਵ ਸਿਫਤ ਸਲਾਹ ਕਰਨੀ ਚਾਹੀਦੀ ਹੈ, ਚਾਹੇ ਦਿਨ ਹੈ ਚਾਹੇ ਰਾਤ ਹੈ, ਦਿਨੇ ਵੀ ਰਾਤ ਨੂੰ ਵੀ। ਕਹਿੰਦੇ ਪਰਮਾਤਮਾ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ। ਸੋ ਜਨ ਜਮ ਕੀ ਵਾਟ ਨਾ ਪਾਈ ਹੈ, ਵਾਟ ਹੁੰਦਾ ਰਸਤਾ। ਉਹ ਵਿਅਕਤੀ ਜਿਹੜਾ ਹਰ ਵਕਤ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਜਮਾਂ ਦੇ ਰਸਤੇ 'ਤੇ ਨਹੀਂ ਜਾਂਦਾ। ਭਾਵ ਉਹਨੂੰ ਜਮ ਲੈ ਕੇ ਨਹੀਂ ਜਾਂਦੇ, ਕਿਉਂਕਿ ਜਮਾਂ ਨੂੰ ਹੁਕਮ ਹੈ ਪਰਮਾਤਮਾ ਦਾ ਕਿ ਜਿੱਥੇ ਵੀ ਮੇਰਾ ਕੋਈ ਨਾਮ ਜਪਦਾ ਤੂੰ ਉੱਥੇ ਨਹੀਂ ਜਾਣਾ। ਇਸ ਲਈ ਨਾਮ ਜਪਣ ਵਾਲੇ ਨੂੰ ਜਮਦੂਤ ਲੈਣ ਹੀ ਨਹੀਂ ਆਉਂਦੇ। ਇਸ ਲਈ ਦਿਨ ਸਰੈਣ ਹਰ ਕੀਰਤਨ ਗਾਈਐ, ਦਿਨ ਸਰੈਣ ਹਰ ਕੀਰਤਨ ਗਾਈਐ।
सो जन जम की वाट न पाइए, सो जन जम की वाट न पाइए, सो जन जम की वाट न पाइए, सो जन जम की वाट न पाइए। ਐ ਸਮਝਣਾ ਬਈ ਪੁਲਿਸ ਵਾਲੇ ਤੁਹਾਨੂੰ ਲੈਣ ਹੀ ਨਹੀਂ ਆਉਂਦੇ। ਜੋ ਪੁਲਿਸ ਵਾਲੇ ਲੈਣ ਹੀ ਨਹੀਂ ਆਉਣੇ, ਫਿਰ ਥਾਣੇ ਨਾਲ ਕੋਈ ਮਤਲਬ ਲੈਣਾ ਦੇਣਾ ਨਹੀਂ ਹੈ। ਜੋ ਜਮਾਂ ਨੇ ਲੈਣ ਹੀ ਨਹੀਂ ਆਉਣਾ, ਤਾਂ ਫਿਰ ਸਾਨੂੰ ਧਰਮਰਾਜ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ, ਪਰਮਾਤਮਾ ਨੇ ਜਿਸ ਸਥਾਨ 'ਤੇ ਉਸ ਨੂੰ ਭੇਜਣਾ ਹੈ, ਉਸ ਥਾਂ ਦੀਆਂ ਰੂਹਾਂ ਉਸ ਨੂੰ ਲੈਣ ਆਉਂਦੀਆਂ ਹਨ। ਸਵਰਗ 'ਚ ਭੇਜਣਾ, ਸਵਰਗ ਦੀਆਂ ਰੂਹਾਂ ਲੈਣ ਆਉਣਗੀਆਂ ਹਨ। ਸੱਚਖੰਡ 'ਚ ਉਸ ਨੂੰ ਭੇਜਣਾ, ਸੰਤ ਮਹਾਤਮਾ ਭਗਤ ਗੁਰੂ ਉਹਨੂੰ ਲੈਣ ਆਉਂਦੇ ਨੇ। ਇਸ ਲਈ ਕਹਿੰਦੇ ਆਠ ਪੈਰ ਜਿਸ ਵਿਸਰੈ ਨਾਹੀਂ, ਹੇ ਪਰਮਾਤਮਾ ਜਿਹਨੂੰ ਤੂੰ ਅੱਠੇ ਪੈਰ ਨਹੀਂ ਭੁੱਲਦਾ, ਗਤ ਹੋਵੇ ਨਾਨਕ ਤਿਸ ਲਗ ਪਾਈ। ਉਹਦੇ ਪੈਰੀਂ ਲੱਗ ਕੇ ਤਾਂ ਦੂਜਿਆਂ ਦੀ ਵੀ ਗਤੀ ਹੋ ਜਾਂਦੀ ਹੈ। ਜਿਹੜੇ ਉਹਨਾਂ ਨੂੰ ਨਮਸਕਾਰਾਂ ਕਰਦੇ ਨੇ, ਚਰਨੀ ਲੱਗਦੇ ਨੇ, ਉਹਨਾਂ ਦੀ ਵੀ ਗਤੀ ਹੋ ਜਾਂਦੀ ਹੈ, ਜਿਹੜੇ ਹਰ ਵਕਤ ਨਾਮ ਜਪਦੇ ਰਹਿੰਦੇ। ਸੋ ਇਸ ਲਈ ਜਿੰਨਾ ਵੀ ਸਮਾਂ ਮਿਲੇ ਨਾਮ ਜਪਣਾ ਚਾਹੀਦਾ। ਕੋਈ ਕੰਮ ਧੰਦਾ ਕਰ, ਇੱਕ ਹੁੰਦਾ ਦਿਮਾਗੀ ਕੰਮ, ਉਦੋਂ ਦੋ ਕੰਮ ਨਹੀਂ ਹੋ ਸਕਦੇ। ਤੁਸੀਂ ਮੰਨ ਲਓ ਨੋਟ ਗਿਣ ਰਹੇ ਹੋ, ਤੁਸੀਂ ਫਿਰ ਉਸ ਵੇਲੇ ਵਾਹਿਗੁਰੂ ਵਾਹਿਗੁਰੂ ਨਹੀਂ ਕਰ ਸਕਦੇ। ਜਦ ਤੁਸੀਂ ਦਿਮਾਗੀ ਕੰਮ ਕਰ ਰਹੇ ਹੋ, ਉਦੋਂ ਫਿਰ ਜਿਹੜਾ ਹੈ ਤੁਸੀਂ ਉਹੀ ਕੰਮ ਕਰਨਾ। ਸਿਰਫ ਇੰਨਾ ਹੈ ਕਿ ਜੋ ਤੁਸੀਂ ਕੰਮ ਕਰਨਾ ਪਰਮਾਤਮਾ ਦੇ ਨਿਮਿਤ ਕਰਨਾ, ਉਹਨੂੰ ਪਰਮਾਤਮਾ ਦਾ ਸਮਝ ਕੇ ਕਰਨਾ, ਸਰਕਾਰ ਦਾ ਸਮਝ ਕੇ ਨਹੀਂ, ਕਿਸੇ ਕੰਪਨੀ ਦਾ ਸਮਝ ਕੇ ਨਹੀਂ ਕਿ ਮੈਂ ਤਾਂ ਇਸ ਸਰਕਾਰ ਦਾ ਕੰਮ ਕਰਦਾ, ਕਿਸੇ ਕੰਪਨੀ ਨਹੀਂ। ਵੀ ਮੈਨੂੰ ਤਾਂ ਪਰਮਾਤਮਾ ਨੇ ਇਹ ਡਿਊਟੀ ਲਾਈ ਹੈ, ਮੈਂ ਤਾਂ ਪਰਮਾਤਮਾ ਦੇ ਲਈ ਇਹ ਕੰਮ ਕਰਦਾ ਹਾਂ। ਫਿਰ ਉਸ ਕੰਮ 'ਚ ਕਦੇ ਗਲਤੀ ਨਹੀਂ ਹੁੰਦੀ ਅਤੇ ਕਦੇ ਫਿਰ ਉਸ ਕੰਮ 'ਚ ਟੋਕ ਟਕਾਈ ਨਹੀਂ ਹੁੰਦੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਆਸਾ ਮਹਿਲਾ ਪੰਜਵਾਂ, ਜਾ ਕੈ ਸਿਮਰਨ ਸੂਖ ਨਿਵਾਸ। ਜਿਸ ਦਾ ਸਿਮਰਨ ਕਰਨ ਨਾਲ ਹਿਰਦੇ ਸੁੱਖਾਂ ਦਾ ਨਿਵਾਸ ਹੋ ਜਾਂਦਾ। ਭਈ ਕਲਿਆਣ ਦੁੱਖ ਹੋਵਤ ਨਾਸ। ਕਲਿਆਣ ਭਲਾਈ ਨੂੰ ਕਹਿੰਦੇ ਨੇ। ਮਨੁੱਖ ਦਾ ਭਲਾ ਹੋ ਜਾਂਦਾ ਹੈ। ਦੁੱਖ ਹੋਵਤ ਨਾਸ, ਅਤੇ ਦੁੱਖ ਦਾ ਨਾਸ ਹੋ ਜਾਂਦਾ ਹੈ। ਕਰਨਾ ਕੀ ਹੈ? ਸਿਮਰਨ ਕਰਨਾ। ਜਾ ਕੇ ਸਿਮਰਨ ਸੂਖ ਨਿਵਾਸ। ਜਿਸ ਦਾ ਸਿਮਰਨ ਕਰਨ ਨਾਲ ਸੁੱਖਾਂ ਦਾ ਨਿਵਾਸ ਹੋ ਜਾਂਦਾ ਹੈ। ਭਈ ਕਲਿਆਣ ਦੁੱਖ ਹੋਵਤ ਨਾਸ। ਮਨੁੱਖ ਦਾ ਭਲਾ ਹੋ ਜਾਂਦਾ ਹੈ, ਉਹਦੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਇਸ ਲਈ ਕਹਿੰਦੇ ਆਨੰਦ ਕਰੋ ਪ੍ਰਭ ਕੇ ਗੁਣ ਗਾਵੋ। ਹੇ ਭਈ ਪਰਮਾਤਮਾ ਦੇ ਗੁਣ ਗਾਓ ਅਤੇ ਮੌਜ ਕਰੋ। ਪਰਮਾਤਮਾ ਦੇ ਗੁਣ ਗਾਓ, ਬਾਣੀ ਪੜ੍ਹੋ, ਨਾਮ ਜਪੋ, ਉਹਦੇ ਗੁਣ ਗਾਉਣਾ ਹੈ। ਬਾਣੀ ਚੰਗੀ ਲੱਗਦੀ ਹੈ, ਬਾਣੀ ਪੜ੍ਹੀ ਜਾਓ। ਨਾਮ ਚੰਗਾ ਲੱਗਦਾ ਹੈ, ਨਾਮ ਜਪੀ ਜਾਓ। ਸੋ ਪਰਮਾਤਮਾ ਦੇ ਗੁਣ ਗਾਓ ਅਤੇ ਕਹਿੰਦੇ ਆਨੰਦ ਕਰੋ। ਸਤਿਗੁਰ ਆਪਣਾ ਸਦ ਸਦਾ ਮਨਾਵੋ, ਅਤੇ ਆਪਣੇ ਗੁਰੂ ਦੀ ਸਦਾ ਖੁਸ਼ੀ ਹਾਸਲ ਕਰੋ। ਅਜਿਹੇ ਕਰਮ ਕਰੋ ਜਿਹਦੇ ਨਾਲ ਗੁਰੂ ਬਾਰੇ ਖੁਸ਼ ਹੋ ਜਾਣ। ਸਭ ਤੋਂ ਵੱਧ ਖੁਸ਼ੀ ਗੁਰੂ ਮਹਾਰਾਜ ਨੂੰ ਨਾਮ ਜਪਣ ਵਾਲੇ 'ਤੇ ਹੁੰਦੀ ਹੈ। ਇਸ ਲਈ ਨਾਮ ਜਪਣਾ ਨਾਲ ਸ਼ੁਭ ਕਰਮ ਕਰਨੇ, ਤਾਂ ਜੋ ਗੁਰੂ ਦਾ ਸਾਡਾ ਮਨ ਬਣ ਜਾਏ, ਅਸੀਂ ਗੁਰੂ ਨੂੰ ਖੁਸ਼ ਕਰ ਲਈਏ। ਆਨੰਦ ਕਰੋ ਪ੍ਰਭ ਕੇ ਗੁਣ ਗਾਵੋ। 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 ਸਤਿਗੁਰ ਆਪਣਾ ਸਦ ਸਦਾ ਮਨਾਵੋ। ਸਤਿਗੁਰ ਆਪਣਾ ਸਦ ਸਦਾ ਮਨਾਵੋ। ਸਤਿਗੁਰ ਆਪਣਾ ਸਦ ਸਦਾ ਮਨਾਵੋ। ਸਤਿਗੁਰ ਆਪਣਾ
ਰਹਾ ਸਤਿਗੁਰ ਕਾ ਸੱਚ ਸ਼ਬਦ ਕਮਾਵੋ। ਕਹਿੰਦੇ ਗੁਰੂ ਨੇ ਜਿਹੜਾ ਤੁਹਾਨੂੰ ਸ਼ਬਦ ਦਿੱਤਾ ਨਾ ਉਹਦੀ ਕਮਾਈ ਕਰੋ। ਭਾਵ ਜਿਵੇਂ ਗੁਰੂ ਮਹਾਰਾਜ ਕਹਿੰਦੇ ਨੇ ਉਵੇਂ ਕਰੋ। ਜੋ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ ਉਸ ਉਪਦੇਸ਼ 'ਤੇ ਚੱਲੋ ਅਤੇ ਨਾਮ ਦੀ ਕਮਾਈ ਕਰੋ। ਫਿਰ ਕੀ ਹੋਏਗਾ? ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ। ਫਿਰ ਜਿੱਥੇ ਵੀ ਤੁਸੀਂ ਹੋ ਭਟਕਣ ਦੀ ਲੋੜ ਨਹੀਂ, ਬਾਹਰ ਜਾਣ ਦੀ ਲੋੜ ਨਹੀਂ। ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਲਵੋਗੇ। ਕਰਨਾ ਕੀ ਹੈ? ਗੁਰੂ ਦੇ ਸ਼ਬਦ ਦੀ ਕਮਾਈ ਕਰਨੀ। ਜਿਵੇਂ 6ਵੇਂ ਪਾਤਸ਼ਾਹ ਕਸ਼ਮੀਰ ਗਏ, ਉੱਥੇ ਉਹਨਾਂ ਦੇ ਇੱਕ ਬੜਾ ਪਿਆਰਾ ਸਿੱਖ ਭਾਈ ਝੰਡਾ ਜੀ ਰਹਿੰਦੇ ਸੀ। ਇੱਕ ਦਿਨ ਗੁਰੂ ਮਹਾਰਾਜ ਸੈਰ ਕਰਨ ਨਾਲ ਸਿੱਖ ਨੇ, ਸੜਕ ਦਾ ਇੱਕ ਮੋੜ ਆ ਗਿਆ ਹੈ। ਉਦੋਂ ਸੜਕਾਂ ਨਹੀਂ, ਰਾਹ ਹੁੰਦੇ ਸੀ ਪਏ ਮੋੜ ਆ ਗਿਆ। ਕਹਿੰਦੇ ਭਾਈ ਝੰਡਿਆ ਤੂੰ ਇੱਥੇ ਖਲੋ, ਅਸੀਂ ਆਉਨੇ ਹਾਂ। ਭਾਈ ਝੰਡਾ ਉੱਥੇ ਖਲੋ ਗਿਆ ਹੈ। ਗੁਰੂ ਮਹਾਰਾਜ ਵਾਪਸ ਆਉਂਦਿਆਂ ਹੋਰ ਰਸਤੇ ਰਾਹੀਂ ਆ ਗਏ, ਹੋਰ ਰਾਹ ਹੀ ਨਹੀਂ ਆਏ। ਇਸ ਲਈ ਭਾਈ ਝੰਡਾ ਖਲੋਤਾ। 24 ਘੰਟੇ ਲੰਘ ਗਏ ਖਲੋਤਿਆਂ, 48 ਘੰਟੇ ਲੰਘ ਗਏ ਖਲੋਤਿਆਂ, 72 ਘੰਟੇ ਲੰਘ ਗਏ ਖਲੋਤਿਆਂ। ਇੱਕ ਦਿਨ ਗੁਰੂ ਮਹਾਰਾਜ ਸਹਿਜ ਸੁਭਾਅ ਪੁੱਛਦੇ ਵਿੱਚ ਭਾਈ ਝੰਡਾ ਨਹੀਂ ਕਦੇ ਦਿਸਿਆ। ਕਹਿ ਜੀ 3 ਦਿਨ ਪਹਿਲਾਂ ਤੁਸੀਂ ਉਹਨੂੰ ਕਿਹਾ ਸੀ ਰਸਤੇ ਦੇ ਮੋੜ 'ਤੇ ਭਾਈ ਝੰਡਿਆ ਤੂੰ ਇੱਥੇ ਖਲੋ, ਮੈਂ ਹੁਣ ਤੁਸੀਂ ਗਏ ਨਹੀਂ, ਉਹ ਉੱਥੇ ਹੀ ਖਲੋਤਾ ਹੋਇਆ ਹੈ। ਗੁਰੂ ਮਹਾਰਾਜ ਕਹੇ ਚਲੋ ਚੱਲੀਏ। ਗੁਰੂ ਮਹਾਰਾਜ ਜਦੋਂ ਉੱਥੇ ਪਹੁੰਚੇ ਭਾਈ ਝੰਡਾ ਖੜ੍ਹਾ। ਗੁਰੂ ਮਹਾਰਾਜ ਕਹੇ ਭਾਈ ਝੰਡਾ ਘਰ ਆ ਜਾਣਾ ਸੀ। ਕਹਿੰਦੇ ਜੀ ਆਪ ਜੀ ਨੇ ਕਿਹਾ ਸੀ ਤੂੰ ਇੱਥੇ ਖਲੋ, ਮੈਂ ਆਉਣਾ। ਮੈਂ ਤੁਹਾਡੀ ਉਡੀਕ ਦੇ ਵਿੱਚ ਇੱਥੇ 3 ਦਿਨਾਂ ਦਾ ਖਲੋਤਾ ਹੋਇਆ। ਗੁਰੂ ਮਹਾਰਾਜ ਨੇ ਉਹਨੂੰ ਜੱਫੀ ਪਾ ਲਈ। ਕਹਿੰਦੇ ਸਿੱਖਾ ਨਿਹਾਲ 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 ਕਰਤਾ। ਇਹ ਹੈ ਗੁਰੂ ਦੇ ਸ਼ਬਦ ਦੀ ਕਮਾਈ ਕਰਨਾ। ਗੁਰੂ ਕਹਿੰਦਾ ਨਹੀਂ ਪੀਣੀ, ਸਿੱਖ ਹਟਦਾ ਨਹੀਂ ਹੈ। ਨਿਤਨੇਮ ਵੀ ਕਰਦਾ, ਰਾਤ ਨੂੰ ਪੀਂਦਾ ਵੀ ਹੈ, ਮੰਨਦਾ ਨਹੀਂ ਹੈ। ਉਹ ਕਹਿੰਦੇ ਭਾਈ ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਨਾਮ ਜਪੋ। ਉਹ ਜੀ ਨੀਂਦ ਆਉਂਦੀ ਹੈ, ਉਹ ਜੀ ਵਾਸੀ ਆਈ ਜਾਣ। ਅਸੀਂ ਤਾਂ ਆਪਣੀ ਡਿਊਟੀ ਕਰਨੀ, ਮਨ ਲੱਗੇ ਨਾ ਲੱਗੇ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਿਉਂਕਿ ਮਨ ਤੇ ਤਾਂ ਵਸ ਜਾਏ ਜੇ ਗੁਰੂ ਦੀ ਕਿਰਪਾ ਹੋਏਗੀ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ। ਅਸੀਂ ਆਪਣੀ ਡਿਊਟੀ ਕਰਨੀ ਹੈ। ਜਿਵੇਂ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਜੀ ਨੇ ਕਿਹਾ ਭਾਈ ਲਹਿਣਾ ਜੀ ਕੰਧ ਢਹਿ ਗਈ ਹੈ, ਕੰਧ ਬਣਾਓ। 7 ਵਜਣ ਜੀ ਉਹ ਲਾਗੇ ਸਾਰੀ ਰਾਤ ਲੱਗੇ ਰਹੇ, ਕੰਧ ਬਣਾਤੀ। ਸਵੇਰੇ ਮੇਰੇ ਵਰਗਾ ਕੋਲੋਂ ਲੰਘਿਆ, ਭਾਈ ਲਹਿਣਾ ਜੀ ਕੰਧ ਵਿੰਗੀ ਹੈ। ਉਹ ਕਹਿੰਦੇ ਦੇਖੋ ਸਾਨੂੰ ਕੰਧ ਬਣਾਉਣ ਦਾ ਹੁਕਮ ਸੀ, ਅਸੀਂ ਕੰਧ ਬਣਾਤੀ। ਬਸ ਗੱਲ ਹੁਕਮ ਮੰਨਣ ਦੀ ਹੈ। ਜੇ ਸਿੱਧੀ ਹੀ ਕਢਵਾਉਣੀ ਹੁੰਦੀ ਤਾਂ ਗੁਰੂ ਮਹਾਰਾਜ ਨੂੰ ਪਤਾ ਸੀ ਵੀ ਇਹਦੇ ਖੱਤਰੀ ਹੈ, ਇਹ ਕਿਹੜਾ ਕੋਈ ਰਾਜ ਮਿਸਤਰੀ ਹੈ। ਸਵੇਰੇ ਮਿਸਤਰੀ ਸੱਦ ਕੇ ਨਹੀਂ, ਉਹਨਾਂ ਦੇਖਣਾ ਸੀ ਵੀ ਸਾਡਾ ਹੁਕਮ ਕੌਣ ਮੰਨਦਾ ਹੈ, ਸਾਡੇ ਸ਼ਬਦ ਦੀ ਕਮਾਈ ਕੌਣ ਕਰਦਾ ਹੈ, ਤਾਂ ਜਾ ਕੇ ਖੁਸ਼ੀ ਹੁੰਦੀ ਹੈ। ਇਸ ਲਈ ਕਹਿੰਦੇ ਸਤਿਗੁਰ ਕਾ ਸੱਚ ਸ਼ਬਦ ਕਮਾਵੋ। ਗੁਰੂ ਦਾ ਦਿੱਤੇ ਹੋਏ ਸ਼ਬਦ ਦੀ ਕਮਾਈ ਕਰੋ। ਭਾਵ ਨਾਮ ਜਪੋ। ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ। ਫਿਰ ਤੁਸੀਂ ਜਿੱਥੇ ਵੀ ਬੈਠੇ ਹੋਏ ਹੋ ਉੱਥੇ ਤੁਹਾਨੂੰ ਪਰਮਾਤਮਾ ਮਿਲ ਜਾਵੇਗਾ। ਕੋਈ ਜੰਗਲਾਂ ਜਾਣ ਦੀ ਲੋੜ ਨਹੀਂ, ਪਹਾੜਾਂ 'ਤੇ ਜਾਣ ਦੀ ਲੋੜ ਨਹੀਂ। ਸਤਿਗੁਰ ਕਾ ਸੱਚ ਸ਼ਬਦ ਕਮਾਵੋ। 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 ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ। ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ। ਪ੍ਰਭ ਆਪਣਾ ਪਾਵੋ। ਸੋ ਜਿੱਥੇ ਵੀ ਹੋ, ਜਿੰਨਾ ਵੀ ਸਮਾਂ ਮਿਲੇ ਨਾਮ ਜਪਦੇ ਰਹਿਣਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ।
ਕਹਿੰਦੇ ਕਿਸੇ ਦਾ ਬੁਰਾ ਕਰਨ ਦਾ ਮਨ 'ਚ ਖਿਆਲ ਹੀ ਨਾ ਲਿਓ, ਕਿਉਂਕਿ ਜੇ ਮਨ 'ਚ ਖਿਆਲ ਆਵੇਗਾ ਤਾਂ ਕਦੇ ਕਰਮ ਹੋ ਸਕਦਾ ਹੈ। ਕਰਮ ਕਰਨ ਤੋਂ ਪਹਿਲਾਂ ਹਮੇਸ਼ਾ ਉਸ ਕਰਮ ਦਾ ਖਿਆਲ ਆਇਆ ਕਰਦਾ ਹੈ। ਚੋਰੀ ਦਾ ਵਾਰੀ-ਵਾਰੀ ਖਿਆਲ ਆ ਰਿਹਾ ਹੈ ਤਾਂ ਕਦੇ ਵੀ ਮੌਕਾ ਮਿਲ ਤੇ ਮਨੁੱਖ ਚੋਰੀ ਕਰ ਸਕਦਾ। ਪਹਿਲਾਂ ਕਰਮ ਦਾ ਖਿਆਲ ਆਇਆ ਕਰਦਾ ਹੈ। ਕਹਿੰਦੇ ਇਸ ਲਈ ਕਿਸੇ ਦਾ ਬੁਰਾ ਕਰਨ ਦਾ ਮਨ 'ਚ ਖਿਆਲ ਹੀ ਨਹੀਂ ਲਿਆਉਣਾ। ਫਿਰ ਕੀ ਹੋਏਗਾ? ਤੁਮਕੋ ਦੁੱਖ ਨਹੀਂ ਭਾਈ ਮੀਤ, ਹੈ ਭਰਾਵਾ, ਹੈ ਮਿੱਤਰਾ, ਫਿਰ ਤੈਨੂੰ ਕੋਈ ਦੁੱਖ ਹੀ ਨਹੀਂ ਲੱਗਣਾ। ਕਿਉਂਕਿ ਸਿੱਧਾ ਹਿਸਾਬ ਹੈ, ਐ ਯੂ ਸੋ ਸ਼ੈਲ ਯੂ ਰੀਪ। ਜਿਹੋ ਜਿਹਾ ਬੀਜੋਗੇ ਉਹੋ ਜਿਹੀ ਵੱਢੋਗੇ। ਜਦੋਂ ਆਪਾਂ ਕਿਸੇ ਦਾ ਬੁਰਾ ਮਨ 'ਚ ਰੱਖਦੇ ਹਾਂ ਤਾਂ ਉਹਦੇ ਮਨ 'ਚ ਵੀ ਇਹ ਗੱਲ ਆ ਜਾਏਗੀ, ਫਿਰ ਉਹ ਸਾਡੇ ਪ੍ਰਤੀ ਬੁਰਾ ਰੱਖੇਗਾ। ਇਸ ਲਈ ਕਿਸੇ ਦਾ ਬੁਰਾ ਕਰਨ ਦਾ ਮਨ 'ਚ ਖਿਆਲ ਹੀ ਨਹੀਂ ਲਿਆਉਣਾ। ਫਿਰ ਕਹਿੰਦੇ ਕੋਈ ਦੁੱਖ ਨਹੀਂ ਹੁੰਦਾ। ਤਾਂ ਹੀ ਕਹਿੰਦੇ ਡੂ ਗੁੱਡ ਫਾਈਂਡ ਗੁੱਡ, ਕਰ ਭਲਾ ਹੋ ਭਲਾ। ਪਰ ਕਾ ਬੁਰਾ ਨ ਰਾਖੋ ਚੀਤ, ਪਰ ਕਾ ਬੁਰਾ ਨ ਰਾਖੋ ਚੀਤ। ਤੁਮਕੋ ਦੁੱਖ ਨਹੀਂ ਭਾਈ ਮੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਅੱਗੇ ਕਹਿੰਦੇ ਹਰ ਹਰ ਤੰਤ ਮੰਤ ਗੁਰ ਦੀਨਾ। ਤੰਤ ਹੁੰਦਾ ਟੂਣਾ, ਮੰਤ ਹੁੰਦਾ ਉਪਦੇਸ਼ ਮੰਤਰ। ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦਾ ਟੂਣਾ ਦਿੱਤਾ ਹੈ, ਪਰਮਾਤਮਾ ਦੇ ਨਾਮ ਦਾ ਮੰਤਰ ਦਿੰਦਾ ਹੈ, ਮੰਤਰ ਦਿੱਤਾ ਹੈ। ਕਈ ਵਾਰੀ ਬੀਬੀਆਂ ਸਾਧੂਆਂ ਕੋਲੇ ਚਲੀ ਜਾਂਦੀਆਂ। ਮੈਂ ਆਪਣੀ ਸੱਸ ਨੂੰ, ਮੈਂ ਆਪਣੇ ਘਰ ਵਾਲੇ ਨੂੰ ਆਪਣੇ ਕਾਬੂ ਕਰਨਾ ਹੈ, ਆਪਣੇ ਵੱਸ 'ਚ ਕਰਨਾ ਹੈ। ਉਹ ਫਿਰ ਕੋਈ ਤਵੀਤ ਟੂਣਾ ਬਣਾ ਕੇ ਦੇ ਦੇਣ, ਲੈ ਤੂੰ ਆਹ ਕਰ, ਤੇਰਾ ਘਰ ਵਾਲਾ ਤੇਰੇ ਵੱਸ 'ਚ ਆ ਜਾਏਗਾ। ਗੁਰੂ ਮਹਾਰਾਜ ਕੇ ਸਾਨੂੰ ਗੁਰੂ ਨੇ ਤਾਂ ਗੁਰਮੰਤਰ ਹੀ ਟੂਣੇ ਦੇ ਤੌਰ 'ਤੇ ਦਿੱਤਾ ਹੈ। ਪਰਮਾਤਮਾ ਦੇ ਨਾਮ ਨਾਲ ਵਸ ਕੀਤਾ ਜਾ ਸਕਦਾ ਹੈ। ਹਰ ਹਰ ਤੰਤ ਮੰਤ ਗੁਰ ਦੀਨਾ, ਇਹ ਸੁਖ ਨਾਨਕ ਅਣ ਦਿਨ ਚੀਨਾ। ਚੀਨਾ ਦਾ ਮਹਿਸੂਸ ਕਰਨਾ, ਅਨੁਭਵ ਕਰਨਾ। ਹੁਣ ਕਹਿੰਦੇ ਨਾਨਕ ਨੂੰ ਦਿਨ ਰਾਤ ਸੁੱਖ ਹੀ ਸੁੱਖ ਹੈ, ਕਿਉਂਕਿ ਨਾਮ ਦੇ ਨਾਲ ਪਰਮਾਤਮਾ ਨੂੰ ਵਸ ਕਰ ਲੈ। ਵਸ ਹੀ ਕਰਨਾ ਸੀ। ਸਿੱਖ ਨੇ ਕਿਸੇ ਵਿਅਕਤੀ ਨੂੰ ਵਸ 'ਚ ਨਹੀਂ ਕਰਨਾ, ਸਿੱਖ ਨੇ ਪਰਮਾਤਮਾ ਨੂੰ ਵਸ 'ਚ ਕਰਨਾ, ਅਤੇ ਪਰਮਾਤਮਾ ਨਾਮ ਰਾਹੀਂ ਹੀ ਵਸ 'ਚ ਆਉਂਦਾ ਹੈ। ਬਸ ਜਦੋਂ ਪਰਮਾਤਮਾ ਵਸ 'ਚ ਆ ਗਿਆ, ਗੱਲ ਖਤਮ ਹੋ ਗਈ। ਫਿਰ ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਤੁਹਾਡੇ ਵਸ ਵਿੱਚ ਹੈ। ਤਾਂ ਹੀ ਗੁਰੂ ਨਾਨਕ ਦੇਵ ਨੇ ਪੁੱਛਿਆ ਸੀ ਕਿ ਜੀ ਕੋਈ ਪਰਮਾਤਮਾ ਤੋਂ ਵੱਡਾ ਵੀ ਹੁੰਦਾ ਹੈ? ਉਹ ਕਹਿੰਦੇ ਹਾਂ ਹੁੰਦਾ। ਜੇ ਪਰਮਾਤਮਾ ਤੋਂ ਵੱਡਾ ਕੌਣ ਹੈ? ਕਹਿੰਦੇ ਉਹਦਾ ਨਾਮ। ਨਾਮ ਜਪ ਜਪ ਕੇ ਹੀ ਅਸੀਂ ਪਰਮਾਤਮਾ ਨੂੰ ਆਪਣੇ ਵਸ ਹੀ ਕਰ ਲੈਂਦੇ ਹਾਂ। ਅਤੇ ਗੁਰਬਾਣੀ ਕਹਿੰਦੇ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ। ਪਰਮਾਤਮਾ ਨੂੰ ਜਿਹੜਾ ਵਸ 'ਚ ਕਰ ਲਏ, ਫਿਰ ਪਰਮਾਤਮਾ ਨੂੰ ਛੱਡ ਕੇ ਨਹੀਂ ਜਾਂਦਾ। ਇਹ ਉਹਦਾ ਰੀਤ ਹੈ, ਇਹ ਉਹਦਾ ਸੁਭਾਅ ਹੈ। ਸੋ ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਨੂੰ ਵਸ 'ਚ ਕਰਨਾ, ਉਹਦਾ ਸਾਧਨ ਹੈ ਪਰਮਾਤਮਾ ਦਾ ਨਾਮ। ਇਹੀ ਸਿੱਖ ਲਈ ਟੂਣਾ ਹੈ। ਆਸਾ ਮਹਿਲਾ ਪੰਜਵਾਂ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮਾਨੈ। ਚੌਂ ਹੁੰਦਾ ਚਾਰੇ, ਦੋ, ਤਿਉਂ, ਚੌਂ, ਇਹ ਤਿੰਨ ਸ਼ਬਦ ਨੇ। ਦੋ, ਦੋ ਤੋਂ ਭਾਵ ਹੈ ਤਿਉਂ ਤਿੰਨ, ਚੌਂ ਚਾਰ। ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਮ। ਕਹਿੰਦੇ ਜਿਸ ਨੀਚ ਨੂੰ ਕੋਈ ਜਾਣਦਾ ਹੀ ਨਹੀਂ ਸੀ ਹੈ। ਬੜੀ ਦੁਨੀਆ ਜਿਨ੍ਹਾਂ ਵਿਚਾਰਿਆਂ ਦਾ ਕੋਈ ਨਾਂ ਹੀ ਨਹੀਂ ਜਾਣਦਾ, ਬੜੀ ਦੁਨੀਆ।
ਹੁਣ ਬਨਾਰਸ ਦੇ ਵਿੱਚ ਕਿੰਨੇ ਹੀ ਹਰੀਜਨ ਰਹਿੰਦੇ ਹੋਣਗੇ ਉਸ ਜ਼ਮਾਨੇ 'ਚ, ਪਰ ਭਗਤ ਰਵਿਦਾਸ ਨੇ ਦੋ ਲੋਕ ਜਾਣਦੇ ਸਨ, ਬਾਕੀ ਕਿਸੇ ਨੇ ਕੋਈ ਜਾਣਦਾ ਸੀ। ਅਤੇ ਉਹਨੂੰ ਵੀ ਤਾਂ ਨੀਚ ਹੀ ਕਹਿੰਦੇ ਸਨ। ਭਗਤ ਰਵਿਦਾਸ ਜੀ ਨੂੰ ਵੀ ਤਾਂ ਨੀਚ ਹੀ ਕਹਿੰਦੇ ਸੀ, ਪਰ ਉਹਨਾਂ ਨੇ ਇੰਨਾ ਨਾਮ ਜਪਿਆ ਕਿ ਭਗਤ ਰਵਿਦਾਸ ਨੇ ਆਪ ਆਪਣੀ ਬਾਣੀ 'ਚ ਲਿਖਿਆ ਕਿ ਵੱਡੇ ਵੱਡੇ ਬਿਪਰ ਪੰਡਿਤ ਹੁਣ ਮੈਨੂੰ ਡੰਡੌਤ ਕਰਦੇ, ਲੰਮੇ ਲੇਟ ਕੇ ਨਮਸਕਾਰ ਕਰਦੇ। ਇਹ ਹੈ ਤਾਂ ਹੀ ਕਹਿੰਦੇ ਭਗਤ ਭਗਤ ਜਗ ਵੱਜਿਆ, ਚੌਂ ਕੁੰਟਾਂ ਦੇ ਵਿੱਚ ਚਮਰੇਟਾ। ਚਮਿਆਰਾਂ ਦਾ ਲੜਕਾ ਭਗਤ ਭਗਤ ਕਰਕੇ ਸਾਰੀਆਂ ਦਿਸ਼ਾਵਾਂ 'ਚ ਪ੍ਰਸਿੱਧ ਹੋਇਆ। ਕੀਤਾ ਕਿਸ ਨੇ? ਪਰਮਾਤਮਾ ਦੇ ਨਾਮ ਨੇ। ਉਹਨਾਂ ਕੋਈ ਢਿੰਡੋਰਾ ਨਹੀਂ ਪਿਟਿਆ, ਉਹਨਾਂ ਕੋਈ ਆਪਣੇ ਬੰਦੇ ਨਹੀਂ ਛੱਡੇ ਵੀ ਜਾਓ ਜਾ ਕੇ ਮੇਰੀ ਚਰਚਾ ਕਰੋ ਲੋਕਾਂ 'ਚ। ਕਿਉਂਕਿ ਅੱਜ ਕੱਲ੍ਹ ਲੋਕ ਆਪਣੀ ਵਡਿਆਈ ਕੋਲ ਬੜੇ ਪਾਪੜ ਵੇਲਦੇ ਨੇ। ਨਹੀਂ, ਨਾਮ ਨੇ ਤੁਹਾਡੀ ਵਡਿਆਈ ਕਰਾਉਣੀ ਹੀ ਕਰਾਉਣੀ ਹੈ। ਪਰਮਾਤਮਾ ਕਹਿੰਦਾ ਜਿਹੜਾ ਮੇਰੀ ਵਡਿਆਈ ਕਰੇਗਾ ਮੈਂ ਸੰਸਾਰ ਤੋਂ ਉਸ ਦੀ ਵਡਿਆਈ ਕਰਾ ਦੇਵਾਂਗਾ। ਬਸ ਗੱਲ ਖਤਮ ਹੈ। ਭਗਤ ਰਵਿਦਾਸ ਜੀ ਪਰਮਾਤਮਾ ਦੀ ਵਡਿਆਈ ਕਰਦੇ ਰਹੇ, ਉਹਦਾ ਨਾਮ ਜਪਦੇ ਰਹੇ ਜਪਦੇ ਰਹੇ ਜਪਦੇ ਰਹੇ। ਪਰਮਾਤਮਾ ਨੇ ਦੂਰ ਦੂਰ ਤੱਕ ਉਹਦਾ ਨਾਮ ਫੈਲਾਤਾ ਅਤੇ ਇੱਥੋਂ ਤੱਕ ਫੈਲਾਤਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਉਸ ਸਥਾਨ 'ਤੇ ਗਏ, ਭਗਤ ਰਵਿਦਾਸ ਦੀ ਬਾਣੀ ਦੇ ਵਿੱਚੋਂ 40 ਸ਼ਬਦ ਲੈ ਕੇ ਆਏ। ਫਿਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਣ ਕਾਰਨ ਪੰਜਾਬ 'ਚ ਸਾਰੇ ਹੀ ਸਿੱਖ ਗੁਰੂ ਭਗਤ ਰਵਿਦਾਸ ਜੀ ਨੂੰ ਜਾਣਨ ਲੱਗ ਗਏ, ਕਿਉਂਕਿ ਜਿਹਦਾ ਨਾਮ ਬਾਣੀ 'ਚ ਆ ਜਾਏਗਾ ਸਿੱਖ ਉਹਨੂੰ ਜਾਣਨ ਲੱਗ ਜਾਣਗੇ। ਇਸ ਲਈ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤੋ ਚੌਂ ਕੁੰਡ ਮਾਨੇ। ਮਾਨੇ ਹੁੰਦੇ ਇੱਜ਼ਤ ਮਾਨ ਮਿਲਣਾ, ਚਾਰੇ ਦਿਸ਼ਾਵਾਂ 'ਚ ਉਹਦੀ ਮਾਨਤਾ ਹੁੰਦੀ ਹੈ, ਜਿਹਨੂੰ ਵਿਚਾਰੇ ਨੂੰ ਕੋਈ ਜਾਣਦਾ ਹੀ ਨਹੀਂ ਸੀ ਹੈਗਾ। ਜਿਸ ਨੀਚ ਕੋ ਕੋਈ ਨ ਜਾਣੇ, ਜਿਸ ਨੀਚ ਕੋ ਕੋਈ ਨ ਜਾਣੇ, ਜਿਸ ਨੀਚ ਕੋ ਕੋਈ ਨ ਜਾਣੇ, ਜਿਸ ਨੀਚ ਕੋ ਕੋਈ ਨ ਜਾਣੇ। ਨਾਮ ਜਪਤ ਓ ਚੌਂ ਕੁੰਟ ਮਾਨੈ, ਨਾਮ ਜਪਤ ਓ ਚੌਂ ਕੁੰਟ ਮਾਨੈ, ਨਾਮ ਜਪਤ ਓ ਚੌਂ ਕੁੰਟ ਮਾਨੈ, ਨਾਮ ਜਪਤ ਓ ਚੌਂ ਕੁੰਟ ਮਾਨੈ। ਅੱਗੇ ਕਹਿੰਦੇ ਦਰਸ਼ਨ ਮੰਗੋ ਦੇ ਪਿਆਰੇ। ਹੇ ਪਿਆਰੇ ਪਰਮਾਤਮਾ, ਮੈਂ ਤੇਰੇ ਦਰਸ਼ਨ ਮੰਗਦਾ, ਮੈਨੂੰ ਦਰਸ਼ਨ ਦੇ। ਜੋ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਜਿਹੜਾ ਉਹਦੇ ਦਰਸ਼ਨ ਮੰਗਦਾ ਉਹਨੂੰ ਦਰਸ਼ਨ ਦਿੰਦਾ ਹੈ, ਜਿਹੜਾ ਕੋਈ ਸੰਸਾਰਿਕ ਚੀਜ਼ ਮੰਗਦਾ ਹੈ ਸਿਮਰਨ ਕਰਕੇ ਉਹਨੂੰ ਉਹ ਚੀਜ਼ ਦੇ ਦਿੰਦਾ ਹੈ। ਇੱਕ ਗੱਲ ਚੰਗੀ ਤਰ੍ਹਾਂ ਯਾਦ ਰੱਖਣੀ, ਇੰਗਲਿਸ਼ ਦੀ ਕਹਾਵਤ ਹੈ ਗਿਵ ਐਂਡ ਟੇਕ। ਪਹਿਲਾਂ ਕੁਛ ਦਿਓ ਫਿਰ ਉਹਦੇ ਬਦਲੇ 'ਚ ਲਓ। ਜਦੋਂ ਸਿੱਖ ਕੌਮ ਜਾਂ ਕਿਸੇ ਨੂੰ ਵੀ ਇਹ ਦ੍ਰਿੜ ਹੋ ਜਾਏਗਾ ਕਿ ਪਹਿਲਾਂ ਦਿਓ ਫਿਰ ਉਸਦੇ ਬਦਲੇ 'ਚ ਲਓ, ਅਸੀਂ ਪਹਿਲਾਂ ਗੁਰੂ ਲਈ ਕੁਝ ਕਰਾਂਗੇ ਫਿਰ ਗੁਰੂ ਸਾਡੇ ਲਈ ਕਰੇਗਾ। ਸਿੱਖ ਨੇ ਪਹਿਲਾਂ ਗੁਰੂ ਲਈ ਕਰਨਾ, ਚਾਹੇ ਗੁਰੂ ਦੀ ਸੇਵਾ ਕਰੇ, ਚਾਹੇ ਕੁਛ ਵੀ ਕਰੇ, ਚਾਹੇ ਗੁਰੂ ਦਾ ਦਿੱਤਾ ਹੋਇਆ ਨਾਮ ਜਪੇ, ਚਾਹੇ ਬਾਣੀ ਪੜ੍ਹੇ, ਚਾਹੇ ਸੇਵਾ ਜਾ ਕੇ ਕਰੇ, ਫਿਰ ਉਹਦੇ ਬਦਲੇ 'ਚ ਮਿਲਦਾ ਹੈ। ਅਸੀਂ ਕਰਦੇ ਕੁਛ ਨਹੀਂ, ਮੰਗਣ 'ਤੇ ਲੱਗੇ ਰਹਿੰਦੇ ਹਾਂ। ਅਸੀਂ ਕਹਿੰਦੇ ਪਹਿਲਾਂ ਟੇਕ ਫਿਰ ਗਿਵ ਦੀ ਗੱਲ ਕਰਾਂਗੇ। ਨਹੀਂ, ਯਾਦ ਰੱਖਣਾ। ਦੇਖੋ ਜੋ ਕਹਾਵਤਾਂ ਬਣਦੀਆਂ ਨਾ ਬੜੇ ਧਿਆਨ ਨਾਲ ਦੇਖ ਕੇ ਹੈ ਨਾ, ਜਿਵੇਂ ਨਵੇਂ ਪਾਸ਼ਾ ਪੈ ਕਾਹੂ ਕੋ ਦੇਤ ਨਹ ਪੈ ਮਾਨਤ ਆਣ। ਮੈਂ ਨਾ ਕਿਸੇ ਨੂੰ ਡਰਾਉਣਾ ਨਾ ਕਿਸੇ ਤੋਂ ਡਰਦਾ ਹਾਂ। ਯਾਦ ਰੱਖੋ ਬਾਈਬਲ ਕਹਿੰਦੀ ਹੈ ਜੋ ਤਲਵਾਰ ਦੇ ਜ਼ੋਰ ਨਾਲ ਜਿਉਂਦਾ ਹੈ ਉਹ ਤਲਵਾਰ ਦੇ ਘਾਟ ਹੀ ਉਤਾਰਿਆ ਜਾਂਦਾ ਹੈ। ਇਸ ਲਈ ਜੋ ਕੁਛ ਅਸੀਂ ਕਰਾਂਗੇ ਉਹਦੇ ਬਦਲੇ ਸਾਨੂੰ ਉਹੀ ਕੁਛ ਹੀ ਮਿਲਣਾ ਹੈ। ਇਸ ਲਈ ਬੜੇ ਧਿਆਨ ਨਾਲ ਜੀਵਨ ਜਿਉਣਾ ਚਾਹੀਦਾ ਹੈ।
ਇਸ ਲਈ ਕਹਿੰਦੇ ਮੈਂ ਤਾਂ ਤੇਰੇ ਦਰਸ਼ਨ ਮੰਗਦਾ। ਉਂਝ ਨਹੀਂ, ਪਾਠ ਨਹੀਂ ਕਰਨਾ, ਸਿਮਰਨ ਨਹੀਂ ਕਰਨਾ, ਸਾਸੰਗ ਨਹੀਂ ਕਰਨਾ, ਉਂਝ ਤੂੰ ਉੱਠ ਕੇ ਸਵੇਰੇ ਕਹੇ ਸੱਚੇ ਪਾਤਸ਼ਾਹ ਦਰਸ਼ਨ ਦਿਓ, ਐ ਨਹੀਂ ਹੋ ਜਾਏਗਾ। ਉਹ ਕਹੇ ਕੀਤਾ ਤੂੰ ਕੀ ਹੈ, ਤੈਨੂੰ ਮੈਂ ਦਰਸ਼ਨ ਦੇਵਾਂ, ਤੂੰ ਕੀਤਾ ਕੀ ਹੈ ਮੈਨੂੰ। ਹਾਲਾਂਕਿ ਅਸੀਂ ਭਜਨ ਬੰਦਗੀ ਆਪਣੇ ਭਲੇ ਲਈ ਕਰਨੀ ਆ, ਆਪਣੇ ਭਲੇ ਲਈ ਕਹਿੰਦੇ, ਰੱਬ ਲਈ ਤੇ ਨਹੀਂ ਕਰ ਰਹੇ। ਪਰ ਉਹ ਕਹਿੰਦੇ ਤੁਸੀਂ ਭਜਨ ਬੰਦਗੀ ਕਰੋ। ਜਦ ਤੁਹਾਡੀ ਭਜਨ ਬੰਦਗੀ ਇੱਕ ਦਰਜੇ 'ਤੇ ਪਹੁੰਚ ਜਾਵੇਗੀ, ਫਿਰ ਮੈਂ ਤੁਹਾਨੂੰ ਜਾ ਕੇ ਦਰਸ਼ਨ ਦੇਵਾਂਗਾ। ਬਾਕੀ ਜੋ ਅਸੀਂ ਮੰਗਦੇ ਹਾਂ ਉਹ ਮਿਲਣਾ ਤਾਂ ਹੈ ਹੀ, ਚਾਹੇ ਸੂਨਰ ਮਿਲੇ, ਚਾਹੇ ਲੇਟਰ ਮਿਲੇ, ਚਾਹੇ ਛੇਤੀ ਮਿਲੇ, ਚਾਹੇ ਦੇਰ ਨਾ ਮਿਲੇ। ਇੱਕ ਔਰਤ ਪੁੱਤਰ ਮੰਗਦੀ ਹੈ, ਉਹਨੂੰ ਪੁੱਤਰ ਮਿਲਣਾ ਹੀ ਮਿਲਣਾ ਹੈ, ਚਾਹੇ ਅਗਲੇ ਜਨਮ 'ਚ ਮਿਲੇ, ਚਾਹੇ ਇਸ 'ਚ ਮਿਲੇ, ਚਾਹੇ ਉਦੋਂ ਅਗਲੇ 'ਚ ਮਿਲੇ, ਚਾਹੇ ਉਦੋਂ ਅਗਲੇ 'ਚ ਮਿਲੇ, ਮਿਲਣਾ ਮੰਗਿਆ ਹੋਇਆ ਹੈ, ਮੰਗਿਆ ਹੋਇਆ। ਕਈ ਵਾਰੀ ਮੰਨ ਲਓ ਕੋਈ ਬੀਬੀ ਕੁਰਸੀ ਢਾਹ ਕੇ ਆਪਣੇ ਗੇਟ 'ਚ ਬੈਠੀ, ਕੋਈ ਸੋਹਣਾ ਜਿਹਾ ਬੱਚਾ ਲੰਘਿਆ, ਉਹ ਕਹਿੰਦੀ ਕਿਤੇ ਇਹ ਬੱਚਾ ਮੇਰਾ ਹੁੰਦਾ, ਚਾਹੇ 5 ਜਨਮ ਨਾ ਹੋਵੇ, ਉਹੀ ਬੱਚਾ ਉਹਦੇ ਘਰ ਜਨਮ ਲਵੇਗਾ, ਕਿਉਂਕਿ ਮੰਗ ਕੀਤੀ ਹੋਈ। ਪਰਮਾਤਮਾ ਮੰਗ ਤੇ ਪੂਰੀ ਕਰਨੀ ਹੀ ਕਰਨੀ। ਸਿਰਫ ਇੰਨਾ ਕਿ ਜਿਹੜਾ ਭਜਨ ਬੰਦਗੀ ਕਰਦਾ ਪਰਮਾਤਮਾ ਉਹਦੀ ਮੰਗ ਤੁਰੰਤ ਵੀ ਪੂਰੀ ਕਰ ਦਿੰਦਾ, ਦੂਜੇ ਟਾਈਮ ਲੱਗਦਾ ਹੈ, ਦੂਜੇ ਟਾਈਮ ਲੱਗਦਾ। ਭਗਤ ਮੰਗੇਗਾ ਨਾਲ ਦੀ ਨਾਲ ਮਿਲੇਗਾ, ਸੰਤ ਮੰਗੇਗਾ ਨਾਲ ਦੀ ਨਾਲ ਮਿਲੇਗਾ, ਅਸੀਂ ਮੰਗਾਂਗੇ ਟਾਈਮ ਲੱਗੇਗਾ। ਮਿਲੇਗਾ ਜ਼ਰੂਰ ਜੋ ਤੁਸੀਂ ਮੰਗ ਰਹੇ ਹੋ, ਕਿਉਂਕਿ ਨਹੀਂ ਤਾਂ ਫਿਰ ਬਾਣੀ ਗਲਤ ਹੋ ਜਾਏਗੀ। ਬਾਣੀ ਹੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਕਈ ਕਹਿੰਦੇ ਬੜੀ ਦੇਰ ਹੋ ਗਈ ਮੰਗਦਿਆਂ, ਜੇ ਰੱਬ ਦਿੰਦਾ ਤਾਂ ਹੈ ਨਹੀਂ। ਰੱਬ ਤੁਰੰਤ ਉਹਨਾਂ ਨੂੰ ਦਿੰਦਾ ਜਿਹਨੇ ਬਹੁਤ ਭਜਨ ਬੰਦਗੀ ਕੀਤੀ ਹੋਵੇ, ਦੂਜਿਆਂ ਨੂੰ ਫਿਰ ਟਾਈਮ ਲੱਗਦਾ। ਭਾਈ ਮਿਲੇਗਾ ਜ਼ਰੂਰ, ਚਾਹੇ 10 ਸਾਲ ਨੂੰ ਮਿਲੇ, ਚਾਹੇ 10 ਜਨਮਾਂ ਨੂੰ ਮਿਲੇ, ਜੋ ਮੰਗ ਰਹੇ ਹੋ ਇੱਕ ਦਿਨ ਮਿਲਣਾ ਹੀ ਮਿਲਣਾ। ਇਹ ਸੀ ਮੰਗਣਾ ਧਿਆਨ ਨਾਲ ਹੈ ਵੀ ਜੇ ਮਿਲਿਆ ਤੇ ਕਿਤੇ ਉਹ ਦੁੱਖ ਰੂਪੀ ਨਾ ਹੋ ਜਾਏ। ਦਰਸ਼ਨ ਮੰਗੋ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਤੇਰੀ ਸੇਵਾ ਨਾਲ ਕਿਹੜਾ ਕਿਹੜਾ ਨਹੀਂ ਤਰਿਆ, ਭਾਵ ਜਿੰਨੇ ਵੀ ਤੇਰੀ ਸੇਵਾ ਕੀਤੀ ਉਹੀ ਤਰ ਗਿਆ, ਭਾਵ ਜਿੰਨੇ ਵੀ ਤੇਰਾ ਸਿਮਰਨ ਕੀਤਾ ਉਹੀ ਤਰ ਗਿਆ। ਰਹਾ ਜਾ ਕੇ ਨਿਕਟ ਨ ਆਵੇ ਕੋਈ, ਸਗਲ ਸ੍ਰਿਸ਼ਟ ਹੋਆ ਕੇ ਚਰਨ ਮਲ ਧੋਈ। ਜਿਹਦੇ ਕੋਈ ਨੇੜੇ ਹੀ ਨਹੀਂ ਸੀ ਆਉਂਦਾ, ਉਹਨੇ ਜਪਿਆ ਨਾਮ, ਉਹ ਪਰਮਾਤਮਾ ਦੀ ਨਜ਼ਰਾਂ 'ਚ ਹੋ ਗਿਆ ਪ੍ਰਵਾਨ। ਹੁਣ ਸਾਰੀ ਸ੍ਰਿਸ਼ਟੀ ਉਹਦੇ ਚਰਨ ਮਲ ਮਲ ਕੇ ਧੋਂਦੀ ਹੈ, ਕਿਉਂਕਿ ਪਰਮਾਤਮਾ ਦੇ ਨਾਮ ਨੇ ਵੱਡਿਆਂ ਵੱਡਿਆਂ ਨੂੰ ਝੁਕਾ ਦੇਣਾ ਹੁੰਦਾ। ਨਾਮ 'ਚ ਇੰਨੀ ਤਾਕਤ ਹੈ। ਨਾਮ ਜਪਣ ਵਾਲੇ ਨੂੰ ਆ ਕੇ ਰਾਜੇ ਮਹਾਰਾਜੇ ਵੀ ਨਮਸਕਾਰਾਂ ਕਰਦੇ ਹਨ। ਦੇਖੋ ਇਹ ਹੈ ਨਾਮ ਦੀ ਤਾਕਤ। ਰਾਜੇ ਮਹਾਰਾਜੇ ਵੀ ਆ ਕੇ ਨਮਸਕਾਰਾਂ ਕਰਦੇ ਹਨ। ਸੋ ਇਸ ਲਈ ਭਾਈ ਜਿੰਨਾ ਵੀ ਸਮਾਂ ਮਿਲੇ ਨਾਮ ਜਪਣਾ ਹੈ। ਹਾਂ ਤੁਹਾਡੀ ਬਾਣੀ 'ਚ ਰੁਚੀ ਹੈ, ਬਾਣੀ ਪੜ੍ਹ ਸਕਦੇ ਹੋ। ਨਾਮ 'ਚ ਰੁਚੀ ਹੈ, ਨਾਮ ਜਪ ਸਕਦੇ ਹੋ। ਸੇਵਾ ਕਰ 'ਚ ਰੁਚੀ ਹੈ, ਸੇਵਾ ਕਰ ਸਕਦੇ ਹੋ। ਪਰ ਉਹਦੇ ਬਦਲੇ ਸੰਸਾਰ ਦੀ ਕੋਈ ਚੀਜ਼ ਨਹੀਂ ਮੰਗਣੀ, ਫਿਰ ਪਰਮਾਤਮਾ ਮਿਲਦਾ। ਜੇ ਅਸੀਂ 2 ਚੀਜ਼ਾਂ ਮੰਗੀਆਂ ਨਾ, ਫਿਰ ਪਰਮਾਤਮਾ ਕਈ ਵਾਰੀ ਦੂਜੀ ਚੀਜ਼ ਦਿੰਦਾ, ਆਪਣੇ ਆਪ ਦਰਸ਼ਨ ਨਹੀਂ ਦਿੰਦਾ ਹੈਗਾ। ਜਦੋਂ ਇੱਕੋ ਹੀ ਸਿਰਫ ਮੰਗ ਰਹਿ ਜਾਏਗੀ, ਹੋਰ ਮੰਗੀ ਕੋਈ ਨਹੀਂ, ਫਿਰ ਪਰਮਾਤਮਾ ਟਾਲ ਨਹੀਂ ਸਕੇਗਾ। ਮੰਗੀ ਇੱਕ ਹੈ। ਸੋ ਗੁਰੂ ਮਹਾਰਾਜ ਕਹਿੰਦੇ ਜਾ ਕੇ ਨਿਕਟ ਨ ਆਵੇ ਕੋਈ, ਜਿਹਦੇ ਨੇੜੇ ਹੀ ਕੋਈ ਨਹੀਂ ਸੀ ਆਉਂਦਾ। ਹੁਣ ਸਾਰੀ ਸ੍ਰਿਸ਼ਟੀ ਉਹਦੇ ਚਰਨ ਧੋ ਧੋ ਮਲ ਮਲ ਕੇ ਧੋਂਦੀ ਹੈ। ਜੋ ਪ੍ਰਾਣੀ ਕਾਹੂ ਨ ਆਵਤ ਕਾਮ, ਇਹ 3 ਸ਼ਬਦ ਨੇ, ਕਾਹੂ ਜਾਹੂ ਤਾਹੂ। ਇਹ ਬਿਨਾਂ ਟਿੱਪੀ ਤੋਂ ਨੇ, ਇਹਨੂੰ ਕਾਹੂ ਨਹੀਂ ਪੜ੍ਹ ਦੇਣਾ। ਇਹ ਹਿੰਦੀ ਦਾ ਸ਼ਬਦ ਹੈ। ਅਸੀਂ ਇੱਕ ਦੂਜੇ ਤੋਂ ਸੁਣ ਲੈਂਦੇ ਹਾਂ, ਫਿਰ ਉਸੇ ਤਰ੍ਹਾਂ ਅੱਗੇ ਅੱਗੇ ਬੋਲੀ ਜਾਂਦੇ ਹਾਂ।
ਇਹ ਹਿੰਦੀ ਦੇ 3 ਸ਼ਬਦ ਕਾਹੂ ਜਾਹੂ ਤਾਹੂ, ਤਿੰਨੋਂ ਟਿੱਪੀ ਤੋਂ ਬਿਨਾਂ ਨੇ। ਜੋ ਪ੍ਰਾਣੀ ਕਾਹੂ ਨ ਆਵਤ ਕਾਮ, ਜਿਹੜਾ ਵਿਅਕਤੀ ਕਿਸੇ ਕੰਮ ਨਹੀਂ ਸੀ ਆਉਂਦਾ। ਅਗਲਾ ਕਹਿੰਦਾ ਯਾਰ ਕਿਸੇ ਕੰਮ ਦਾ ਨਹੀਂ ਹੈ, ਇਹ ਬੰਦਾ ਕਿਸੇ ਕੰਮ ਦਾ ਨਹੀਂ। ਸੰਤ ਪ੍ਰਸਾਦ ਤਾਕੋ ਜਪੀਏ ਨਾਮ, ਜੇ ਕਹਿੰਦੇ ਗੁਰੂ ਦੀ ਉਸ 'ਤੇ ਹੋ ਜੇ ਕਿਰਪਾ, ਫਿਰ ਲੋਕ ਉਹਦਾ ਨਾਮ ਜਪਦੇ ਨੇ। ਜਿਹਨੂੰ ਕਹਿੰਦੇ ਤਾਂ ਕਿਸੇ ਕੰਮ ਦਾ ਨਹੀਂ ਹੈਗਾ, ਫਿਰ ਉਹਦਾ ਨਾਮ ਜਪਣ ਲੱਗ ਜਾਂਦੇ ਨੇ, ਕਿਉਂਕਿ ਉਹਨੇ ਉਸ ਬੰਦੇ ਨਾਮ ਜਪਿਆ, ਗੁਰੂ ਦੀ ਉਸ 'ਤੇ ਕਿਰਪਾ ਹੋਈ। ਸਾਧ ਸੰਗ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮੀਠੇ ਲਾਗੇ। ਸਤ ਸੰਗ ਜਾ ਕੇ ਸੁੱਤਾ ਹੋਇਆ ਮਨ ਜਾਗਦਾ ਹੈ। ਸੁੱਤੇ ਹੋਏ ਤਾਂ ਮਤਲਬ ਇਹ ਨਹੀਂ ਜਿਵੇਂ ਅਸੀਂ ਰਾਤ ਨੂੰ ਸੌਂਦੇ, ਉਹ ਨਹੀਂ ਹੈਗੇ। ਅਗਿਆਨੀ ਹੋਣਾ ਹੀ ਸੁੱਤੇ ਹੋਣਾ ਹੈ, ਗਿਆਨਵਾਨ ਹੋਣਾ ਜਾਗਣਾ ਹੈ। ਮਨ ਸੁੱਤਾ ਹੋਇਆ ਹੈ, ਮਨ ਅਗਿਆਨੀ ਹੈ, ਉਹਨੂੰ ਗਿਆਨ ਹੀ ਨਹੀਂ ਕਿ ਤੂੰ ਇਸ ਸੰਸਾਰ ਦੇ ਕਾਹਦੇ ਲਈ ਆਇਆ ਹੈ, ਤੂੰ ਕਾਹਦੇ ਲਈ ਆਇਆ। ਜਦੋਂ ਗਿਆਨ ਹੋਏਗਾ ਕਿ ਤੂੰ ਤੇ ਨਾਮ ਜਪਣਾ ਹੈ, ਤੂੰ ਤੇ ਪਰਮਾਤਮਾ ਦੀ ਪ੍ਰਾਪਤੀ ਕਰਨਾ ਹੈ, ਸਮਝੋ ਹੁਣ ਜਾਗ ਪਿਆ ਹੈ। ਹੁਣ ਜਾਗ ਪਿਆ ਕਿ ਹੁਣ ਗਿਆਨ ਹੋ ਗਿਆ ਹੈ। ਹੁਣ ਤੇ ਅੱਗੇ ਗਿਆਨ ਦੀ ਕਮਾਈ ਕਰਨੀ ਹੈ। ਗਿਆਨ ਹੋ ਗਿਆ, ਗਿਆਨ ਖੰਡ 'ਚ ਪਹੁੰਚ ਗਿਆ ਹੈ। ਅੱਗੇ ਤੋਂ ਉਹਨੂੰ ਸ਼ਰਮ ਖੰਡ 'ਚ ਜਾਣਾ। ਸ਼ਰਮ ਹੁੰਦੀ ਮਿਹਨਤ। ਜੋ ਗਿਆਨ ਹੋਇਆ ਹੁਣ ਉਹਦੀ ਕਮਾਈ ਕਰਨੀ ਹੈ, ਉਹਦੀ ਕਮਾਈ ਕਰਨੀ। ਸੋ ਕਹਿੰਦੇ ਸਤ ਸੰਗਤ 'ਚ ਆ ਕੇ, ਸਾਧ ਸੰਗ, ਸਾਧੂ ਦੀ ਸੰਗਤ ਜਾਂ ਗੁਰੂ ਦੀ ਸੰਗਤ 'ਚ ਆ ਕੇ ਮਨ ਸੋਵਤ ਜਾਗੇ। ਸੁੱਤਾ ਹੋਇਆ ਮਨ ਜਾਗ ਪੈਂਦਾ ਹੈ। ਫਿਰ ਕੀ ਹੁੰਦਾ? ਤਬ ਪ੍ਰਭ ਨਾਨਕ ਮੀਠੇ ਲਾਗੇ। ਫਿਰ ਪਰਮਾਤਮਾ ਮਿੱਠਾ ਲੱਗਦਾ, ਚੰਗਾ ਲੱਗਦਾ ਹੈ। ਫਿਰ ਉਹਦਾ ਨਾਮ ਜਪਣਾ ਵੀ ਚੰਗਾ ਲੱਗਦਾ ਹੈ, ਪਰਮਾਤਮਾ ਵੀ ਚੰਗਾ ਲੱਗਦਾ ਹੈ। ਜੇ ਪਰਮਾਤਮਾ ਚੰਗਾ ਲੱਗੂ ਤਾਂ ਹੀ ਉਹਦਾ ਨਾਮ ਵੀ ਚੰਗਾ ਲੱਗੂ। ਜੇ ਪਰਮਾਤਮਾ ਨਹੀਂ ਚੰਗਾ ਲੱਗਦਾ, ਉਹਦਾ ਨਾਮ ਵੀ ਚੰਗਾ ਨਹੀਂ ਲੱਗੇਗਾ। ਮੰਨ ਲਓ ਮੇਰਾ ਕੋਈ ਵਿਰੋਧੀ ਹੈ, ਮੈਂ ਜਿੰਨੀ ਮਰਜ਼ੀ ਵਧੀਆ ਗੱਲਾਂ ਪਿਆ ਕਰਾਂ, ਉਹਨੂੰ ਚੰਗੀ ਹੀ ਨਹੀਂ ਲੱਗਣੀ ਹੈ, ਕਿਉਂਕਿ ਮੈਨੂੰ ਹੀ ਨਹੀਂ ਪਸੰਦ ਕਰਦਾ। ਉਹ ਮੈਨੂੰ ਹੀ ਨਹੀਂ ਪਸੰਦ ਕਰਦਾ, ਉਹਨੂੰ ਮੇਰੀ ਗੱਲਾਂ ਕਿੱਥੋਂ ਚੰਗੀਆਂ ਲੱਗਣਗੀਆਂ। ਇੱਕ ਬੱਚਾ ਟੀਚਰ ਨੂੰ ਪਸੰਦ ਹੀ ਨਹੀਂ ਕਰਦਾ, ਉਸ ਟੀਚਰ ਦਾ ਉਹਨੂੰ ਸਬਜੈਕਟ ਨਹੀਂ ਆ ਸਕਦਾ, ਕਿਉਂ? ਉਹਨੇ ਉਹ ਸਬਜੈਕਟ ਪੜ੍ਹਨਾ ਹੀ ਨਹੀਂ। B.Ed ਜਦੋਂ ਕਰਦੇ ਸੀ, ਖਾਸ ਸਮਝਾਇਆ ਜਾਂਦਾ ਸੀ ਕਿ ਕੋਈ ਬੱਚਾ ਦਿਲੋਂ ਤੁਹਾਨੂੰ ਨਫ਼ਰਤ ਨਾ ਕਰੇ। ਜੇ ਕਿਸੇ ਬੱਚੇ ਨੇ ਤੁਹਾਨੂੰ ਨਫ਼ਰਤ ਕੀਤੀ, ਉਹਨੇ ਤੁਹਾਡਾ ਸਬਜੈਕਟ ਹੀ ਨਹੀਂ ਪੜ੍ਹਨਾ, ਤਾਂ ਸਬਜੈਕਟ ਤੁਹਾਡਾ ਬੱਚਾ ਫੇਲ ਹੋ ਜਾਏਗਾ। ਸੋ ਪਰਮਾਤਮਾ ਚੰਗਾ ਲੱਗੂਗਾ ਤਾਂ ਉਹਦਾ ਨਾਮ ਚੰਗਾ ਲੱਗੇਗਾ, ਗੁਰੂ ਚੰਗਾ ਲੱਗੇਗਾ ਤਾਂ ਉਹਦੀ ਬਾਣੀ ਚੰਗੀ ਲੱਗੇਗੀ। ਗੁਰੂ ਹੀ ਨਹੀਂ ਚੰਗਾ ਲੱਗਦਾ ਤਾਂ ਬਾਣੀ ਕਿੱਥੋਂ ਚੰਗੀ ਲੱਗਣੀ? ਸਾਨੂੰ ਜਿਹੜਾ ਬੰਦਾ ਚੰਗਾ ਲੱਗਦਾ, ਅਸੀਂ ਉਸੇ ਦੀ ਹੀ ਗੱਲ ਸੁਣਨਾ ਚਾਹੁੰਦੇ ਹਾਂ, ਦੂਜੇ ਦੀ ਗੱਲ ਸਾਨੂੰ ਪਸੰਦ ਹੀ ਨਹੀਂ। ਜਿਵੇਂ ਕਾਂਗਰਸੀਆਂ ਦਾ ਜਲਸਾ ਹੋ ਰਿਹਾ, ਕੋਈ ਅਕਾਲੀ ਨਹੀਂ ਜਾਏਗਾ, ਕੋਈ ਜਾਏਗਾ, ਇੱਕ ਅਕਾਲੀ ਸੁਣਨ ਨਹੀਂ ਜਾਏਗਾ। ਅਕਾਲੀਆਂ ਦਾ ਜਲਸਾ ਹੈ, ਕੋਈ ਕਾਂਗਰਸੀ ਸੁਣਨ ਨਹੀਂ ਜਾਏਗਾ, ਭਾਵੇਂ ਕਿੰਨੀ ਗੱਲਾਂ ਵਧੀਆ ਪੈ ਗਏ, ਕਿਉਂਕਿ ਉਹ ਉਹਨਾਂ ਨੂੰ ਪਸੰਦ ਹੀ ਨਹੀਂ ਕਰਦਾ, ਇਸ ਲਈ ਉਹਨਾਂ ਦੀ ਗੱਲਾਂ ਸੁਣ ਕੇ ਰਾਜੀ ਹੀ ਨਹੀਂ ਹੁੰਦਾ। ਇਸ ਕਰਕੇ ਪਰਮਾਤਮਾ ਵੀ ਉਦੋਂ ਹੀ ਚੰਗਾ ਲੱਗਦਾ ਜਦੋਂ ਇਹ ਸੁੱਤਾ ਹੋਇਆ ਮਨ ਜਾਗ ਪੈਂਦਾ ਹੈ, ਜਦੋਂ ਉਹਨੂੰ ਗਿਆਨ ਹੁੰਦਾ ਕਿ ਉਹ ਮੇਰੇ ਜੀਵਨ ਦਾ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ। ਪਰਮਾਤਮਾ ਦੀ ਪ੍ਰਾਪਤੀ ਨਾਮ ਜਪ ਕੇ ਹੋਏਗੀ, ਅਤੇ ਨਾਮ ਤੇ ਗੁਰੂ ਤੋਂ ਮਿਲਦਾ ਹੈ। ਫਿਰ ਉਹ ਗੁਰੂ ਕੋਲੇ ਜਾਏਗਾ, ਉੱਥੋਂ ਨਾਮ ਦੀ ਦਾਤ ਲਏਗਾ, ਫਿਰ ਦਿਨ ਰਾਤ ਨਾਮ ਜਪੇਗਾ, ਫਿਰ ਪਰਮਾਤਮਾ ਦੀ ਪ੍ਰਾਪਤੀ ਕਰੇਗਾ, ਅਤੇ ਫਿਰ ਜੰਮਣ ਮਰਨ ਤੋਂ ਰਹਿਤ ਹੋ ਜਾਵੇਗਾ। ਇਸ ਕਰਕੇ ਸਾਧ ਸੰਗ ਮਨ ਸੋਵਤ ਜਾਗੇ, ਸਾਧ ਸੰਗ ਮਨ ਸੋਵਤ ਜਾਗੇ, ਸਾਧ ਸੰਗ ਮਨ ਸੋਵਤ ਜਾਗੇ, ਸਾਧ ਸੰਗ ਮਨ ਸੋਵਤ ਜਾਗੇ।
तब प्रभ नानक मीठे लागे, तब प्रभ नानक मीठे लागे। इत्थे मिठे लगन तो भावे चंगा लगना। आसा महला पंजवां। एको एकी नैन निहारों। निहारो हुंदा देखो, निहारों मैं देखदा हां। मैं अपनियां अखां नाल सिर्फ एक ते एक परमात्मा नूं ही सारे पासे देखदा हां। क्योंकि एक समां आउंदा भजनबंदगी करदे आ बाहरला शरीर दिसणों हट जांदा है, इस दे अंदर जो परमात्मा है वो दिसना शुरू हो जाता है। जदों इस अवस्था ते मनुख पहुँच जाता है, फिर वो कहता सब गोबिंद है, सब गोबिंद है, गोबिंद बिन नहीं कोई। क्योंकि सारे दे विच परमात्मा दिस रहा हुंदा है। एको एकी नैन निहारों। मैं अखां नाल सिर ते सिर एक परमात्मा नूं वेखदा हूँ। सदा सदा हर नाम संभारों, ते मैं सदा ही परमात्मा का नाम जपदा रहिंदा। संभारों मैंने संभाल करदा, नाम की संभाल करदा, भाव नाम जपदा। क्योंकि सारे पासे परमात्मा ही परमात्मा दिसदे, इसलिए कहते सदा ही परमात्मा का नाम जपदा रहिंदा। राम राम रामा रामा गुण गाऊं, संत प्रताप साध कै संगे, हर हर नाम ध्याऊं रे। कहते मैं परमात्मा के गुण गाउंदा रहिंदा हाँ, गाउंदा रहिंदा। संत प्रताप, गुरु की किरपा नाल साध कै संगे, गुरु की संगत च रह के हर हर नाम ध्याऊं रे। मैं परमात्मा के नाम ध्याउंदा हूँ। गुरु की किरपा होनी चाहिए है, सत संगत मिलनी चाहिए है, फिर ये परमात्मा का नाम जपता है। सब तो पहला साढ़े ते परमात्मा किरपा करता है। वो साढ़े पिछले जन्म के किसी कर्म नूं वेखदा है। वो है शुभ कर्म, ਉਹਦਾ ਉਹਨੇ देना फल। उस मनुख नूं फिर उस सत संगत च भेजदा, गुरु की संगत च भेजदा। परमात्मा की सिर्फ इन्नी ही ड्यूटी है कि मनुख नूं गुरु की संगत विच भेजना। अगे गुरु महाराज की ड्यूटी है उस मनुख नूं परमात्मा के नाल मिलाउणा। ये गुरु की ड्यूटी है। परमात्मा की ड्यूटी सिर्फ गुरु कोल भेजना है, क्योंकि परमात्मा नूं पता है कि गुरु दे राही ही ये मैनू मिल सकता है। उंज तो मैनू मिल नहीं सकता। उंज ने मेरा नाम जपना नहीं है, इन्हें मैनू मिलना नहीं है। इसलिए परमात्मा किरपा करदा। किरपा करे जिस पार ब्रह्म होवे साधु संग, तां ही कहंदे परमात्मा किरपा करदा। फिर गुरु की संगत प्राप्त होंदी है। फिर जो संगत प्राप्त होंदी है फिर परमात्मा किरपा कर दिंदा। की कर फिर मनुख की करदा, हर हर नाम ध्याऊं रे। मैं हरि दा नाम ध्याउंदा हां। राम 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 गुण गाऊं, राम 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 गुण गाऊं, राम 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 गुण गाऊं, राम 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 गुण गाऊं। संत प्रताप साध कै संगे, संत प्रताप साध कै संगे, संत प्रताप साध कै संगे, संत प्रताप साध कै संगे। हर हर नाम ध्याऊं रे, हर हर नाम ध्याऊं रे, हर हर नाम ध्याऊं रे, हर हर नाम ध्याऊं रे। अगे कहते सगल समग्री जाके सूत परोए। सूत सूत्र धागा, सगल समग्री जो भी परमात्मा ने बनाया है वो सारे दे सारे परमात्मा ने अपने हुक्म रूपी धागे च परो रखे हैं। ये जिन्ने भी बनाए ने परमात्मा ने, जीव जंतु जो कुछ भी बनाया सब परमात्मा के हुक्म विच ने।
ਉਹਨੇ ਆਪਣੇ ਹੁਕਮ ਰੂਪੀ ਧਾਗੇ ਦੇ ਵਿੱਚ ਸਭ ਨੂੰ ਪਰੋ ਰੱਖਿਆ ਹੈ। ਘਟ ਘਟ ਅੰਤਰ ਰਵਿਆ ਸੋਈ, ਰਵਿਆ ਹੁੰਦਾ ਵਸਦਾ ਹੈ। ਘਟ ਸਰੀਰ ਨੂੰ ਕਹਿੰਦੇ, ਹਰ ਸਰੀਰ ਦੇ ਅੰਦਰ ਪਰਮਾਤਮਾ ਵਸਦਾ ਹੈ। ਉਸ ਪਰਮਾਤਮਾ ਨੇ ਸਾਰਿਆਂ ਨੂੰ ਆਪਣੇ ਕਾਨੂੰਨ ਦੇ ਅਨੁਸਾਰ ਵਸ ਕੀਤਾ ਹੋਇਆ ਹੈ। ਓਪਤ ਪਰਲੋ ਖਿਨ ਮਹਿ ਕਰਤਾ। ਓਪਤ ਹੁੰਦਾ ਉਤਪਤੀ, ਪੈਦਾ ਕਰਨਾ। ਪਰਲੋ ਹੁੰਦਾ ਨਾਸ਼ ਕਰਨਾ। ਪਰਮਾਤਮਾ ਪੈਦਾ ਵੀ ਕਰਦਾ ਹੈ, ਜਦੋਂ ਚਾਹੇ ਉਹ ਨਾਸ਼ ਵੀ ਕਰਦਾ ਹੈ, ਔਰ ਫਿਰ ਦੇਰ ਨਹੀਂ ਲੱਗਦਾ। ਖਿਨ ਮੈਂ ਕਰਤਾ, ਖਿਨ ਹਿੰਦੀ ਕਹਿੰਦੇ ਕਸ਼ਣ, ਇੱਕ ਸੈਕਿੰਡ ਇੰਗਲਿਸ਼ ਵਾਲਾ ਕਹਿੰਦੇ। ਪਰਮਾਤਮਾ ਉਤਪਤੀ ਵੀ ਤੁਰੰਤ ਕਰ ਸਕਦਾ ਹੈ, ਵਿਨਾਸ਼ ਵੀ ਤੁਰੰਤ ਕਰ ਸਕਦਾ ਹੈ, ਔਰ ਕੋਈ ਦੇਰ ਵੀ ਨਹੀਂ ਲੱਗਦੀ ਹੈ। ਹੁਣ ਪਰਮਾਤਮਾ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ 1-2 ਮਿੰਟ 'ਚ ਢਾਹ ਦੇਣੀਆਂ ਨੇ, ਭੁਚਾਲ ਲਿਆਏਗਾ ਬਸ। ਇੰਨਾ ਜ਼ਬਰਦਸਤ ਭੁਚਾਲ ਆਵੇਗਾ, ਸਭ ਉਥਲ ਪੁਥਲ, ਵੱਡੀਆਂ ਵੱਡੀ ਢਹਿ ਢੇਰੀ ਹੁੰਦੀਆਂ ਜਾਣੀਆਂ। ਇੱਕ ਫਿਲਮ ਆਈ ਸੀ ਵਕਤ 1971 ਦੀ। ਉਹ ਫਿਲਮ ਦੇ ਵਿੱਚ ਬੰਦੇ ਬੈਠੇ 3-4, ਉਹ ਕਹਿੰਦਾ ਦੇਰ ਇਜ਼ ਮੈਨੀ ਏ ਸਲਿਪ ਬਿਟਵੀਨ ਦੀ ਕੱਪ ਐਂਡ ਦੀ ਲਿਪ। ਚਾਹ ਪੀ ਰਹੇ ਸੀ ਉਹ, ਕਹਿੰਦੇ ਕੱਪ ਤੇ ਬੁੱਲ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ। ਕਹਿੰਦੇ ਲੈ ਕਿਵੇਂ ਵਾਪਰ ਜਾਏਗਾ? ਕਹਿੰਦੇ ਕੁਛ ਵੀ ਹੋ ਸਕਦਾ ਹੈ, ਜ਼ਰੂਰੀ ਨਹੀਂ ਕਿ ਕੱਪ ਬੁੱਲਾਂ ਤੱਕ ਪਹੁੰਚੇ, ਉਦੋਂ ਪਹਿਲਾਂ ਕੁਛ ਵੀ ਹੋ ਸਕਦਾ। ਕਹਿੰਦੇ ਲੈ ਕਿਵੇਂ ਹੋ ਜਾਏਗਾ? ਉਹਨੇ ਚੱਕ ਕੇ ਜੇ ਕੱਪ ਲੱਗਾ ਮੂੰਹ ਨਾਲ, ਭੁਚਾਲ ਆ ਗਿਆ, ਉਹ ਕੱਪ ਹੱਥ 'ਚ ਡਿੱਗ ਪਿਆ, ਸਭ ਕੁਛ ਢਹਿ ਢੇਰੀ ਹੋ ਗਿਆ, ਕੱਪ ਬੁੱਲਾਂ ਤੱਕ ਪਹੁੰਚੇ ਹੀ ਨਹੀਂ ਹੈਗਾ। ਓਪਤ ਪਰਲੋ ਖਿਨ ਮੈਂ ਕਰਤਾ ਹੈ, ਇਸ ਲਈ ਉਹਨੂੰ ਕੋਈ ਦੇਰ ਨਹੀਂ ਲੱਗਦੀ ਹੈ। ਆਪ ਅਲੇਪਾ ਨਿਰਗੁਣ ਰਹਿਤਾ। ਕਰ ਵੀ ਸਾਰਾ ਕੁਝ ਰਿਹਾ, ਪਰ ਆਪ ਨਿਰਲੇਪ ਹੈ। ਆਪ ਨਿਰਗੁਣ ਹੈ। ਪਰਮਾਤਮਾ 2 ਸਰੂਪ ਨੇ, ਇੱਕ ਨਿਰਗੁਣ, ਇੱਕ ਸਰਗੁਣ। ਸਰਗੁਣ ਸਰੂਪ ਉਹ ਹੈ ਜਿਹੜਾ ਦਿਸਦਾ ਹੈ, ਆਪਾਂ ਉਹਦਾ ਸਰਗੁਣ ਸਰੂਪ ਹਾਂ। ਬੈਠੇ ਆਪਾਂ ਸਾਰੇ ਪਰਮਾਤਮਾ ਹੀ ਹਾਂ। ਪਰਮਾਤਮਾ ਦੇ 3 ਸਰੂਪ ਨੇ। ਇੱਕ ਹੈ ਨਿਰੰਕਾਰ, ਕੋਈ ਆਕਾਰ ਹੀ ਨਹੀਂ, ਨਾ ਸੂਖਸ਼ਮ ਨਾ ਸਥੂਲ। ਉਹਦਾ ਕਿਉਂਕਿ ਕੋਈ ਆਕਾਰ ਹੀ ਨਹੀਂ ਹੈ, ਇਸ ਲਈ ਅੱਜ ਤੱਕ ਉਹਨੂੰ ਦੱਸ ਹੀ ਨਹੀਂ ਸਕਿਆ ਕਿ ਪਰਮਾਤਮਾ ਕਿਹੋ ਜਿਹਾ ਹੈ। ਆਕਾਰ ਹੁੰਦਾ ਫਿਰ ਹੀ ਕੋਈ ਦੱਸ ਸਕਦਾ ਨਾ ਵੀ ਪਸ਼ੂ ਵਰਗਾ ਹੈ, ਬੰਦੇ ਵਰਗਾ ਹੈ, ਔਰਤ ਵਰਗਾ ਹੈ, ਕਿਸ ਵਰਗਾ। ਉਹਦਾ ਆਕਾਰ ਹੀ ਕੋਈ ਨਹੀਂ। ਉਹ ਤਾਂ ਲਾਈਟ ਹੀ ਲਾਈਟ ਹੈ। ਸੱਚਖੰਡ ਦੇ ਵਿੱਚ ਲਾਈਟ ਹੀ ਲਾਈਟ, ਰੋਸ਼ਨੀ ਹੀ ਰੋਸ਼ਨੀ ਹੈ, ਪਰ ਉਹ ਰੋਸ਼ਨੀ ਬੋਲਦੀ ਹੈ, ਰੋਸ਼ਨੀ ਹੈ, ਆਕਾਰ ਕੋਈ ਨਹੀਂ ਹੈਗਾ। ਸੱਚਖੰਡ ਇਕੱਲਾ ਪਰਮਾਤਮਾ ਰਹਿੰਦਾ ਹੈ। ਇਹ ਜਿਹਨੇ ਸੰਤ ਮਹਾਤਮਾ ਗੁਰੂ ਪੀਰ ਪੈਗੰਬਰ ਜਿਹੜੇ ਸੱਚਖੰਡ ਪਹੁੰਚ ਗਏ ਨੇ, ਇਹ ਸਾਰੇ ਕਰਮਖੰਡ 'ਚ ਰਹਿੰਦੇ। ਸੱਚਖੰਡ ਦਾ ਹੀ ਇੱਕ ਹਿੱਸਾ ਹੈ ਕਰਮਖੰਡ। ਕਰਮਖੰਡ ਸੱਚਖੰਡ ਤੋਂ ਅਲੱਗ ਨਹੀਂ ਹੈ। ਐਂ ਸਮਝਣਾ ਜਿਵੇਂ ਰਾਜੇ ਦਾ ਮਹਿਲ ਹੁੰਦਾ ਹੈ, ਉਸ ਮਹਿਲ ਦੇ ਵਿੱਚ ਇੱਕ ਕੋਠੀ ਇਕੱਲੇ ਰਾਜੇ ਦੀ ਹੁੰਦੀ ਹੈ, ਬਾਕੀ ਕਮਰੇ ਜਿਹੜੇ ਅਹਿਲਕਾਰ ਨੇ, ਹੋਰ ਨੇ ਕਰਮਚਾਰੀ, ਉਹਨਾਂ ਦੀ ਹੁੰਦੀ ਹੈ। ਮਹਿਲ 'ਚ ਇਕੱਲਾ ਰਾਜਾ ਨਹੀਂ ਰਹਿੰਦਾ, ਇਕੱਲੇ ਦੇ ਜੀਅ ਹੀ ਨਾ ਲੱਗੇ। ਕੋਈ ਅੱਜ ਕਦੇ ਰਾਜੇ ਦੇ ਮਹਿਲ 'ਚ ਜਾ ਕੇ ਵੇਖ ਲਓ, ਇਕੱਲੇ ਰਾਜੇ ਦੀ ਕੋਠੀ ਨਹੀਂ, ਉੱਥੇ ਕਿੰਨੇ ਕਰਮਚਾਰੀ ਹੋਰ ਵਿੱਚ ਰਹਿੰਦੇ ਨੇ। ਜਿਹੜੇ ਪਰਮਾਤਮਾ ਤੱਕ ਪਹੁੰਚ ਗਏ ਉਹ ਸਾਰੇ ਕਰਮਖੰਡ 'ਚ ਰਹਿੰਦੇ ਹਨ, ਪਰ ਸੱਚਖੰਡ ਦਾ ਹਿੱਸਾ ਹੋਣ ਕਰਕੇ ਕਹਿੰਦੇ ਫਲਾਣਾ ਜੀ ਸੱਚਖੰਡ ਪਹੁੰਚ ਗਿਆ। ਸੱਚਖੰਡ ਦੇ ਵਿੱਚ ਇਕੱਲਾ ਤੇ ਇਕੱਲਾ ਪਰਮਾਤਮਾ ਹੀ ਰਹਿੰਦਾ ਹੈ। ਸਿਰਫ ਇੰਨਾ ਕਿ ਜਿਨ੍ਹਾਂ ਦੀ ਬਹੁਤ ਕਮਾਈ ਸੀ ਉਹ ਸੱਚਖੰਡ 'ਚ ਪ੍ਰਵੇਸ਼ ਕਰ ਸਕਦੇ ਨੇ, ਬਾਹਰ ਆ ਸਕਦੇ ਨੇ। ਜਿਨ੍ਹਾਂ ਦੀ ਜੇ ਥੋੜ੍ਹੀ ਕਮਾਈ ਹੈ ਉਹ ਸੱਚਖੰਡ 'ਚ ਜੇ ਪ੍ਰਵੇਸ਼ ਨਹੀਂ ਕਰਦੇ, ਉਹ ਕਰਮਖੰਡ 'ਚ ਹੀ ਰਹਿੰਦੇ ਹਨ। ਸੋ ਪਰਮਾਤਮਾ ਲਾਈਟ ਹੀ ਲਾਈਟ ਹੈ, ਇਸ ਲਈ ਉਹਨੂੰ ਜੋਤ ਸਰੂਪ ਵੀ ਕਹਿੰਦੇ ਨੇ। ਸੋ ਉਹਦਾ ਕੋਈ ਆਕਾਰ ਨਹੀਂ ਹੈ, ਇਸ ਕਰਕੇ ਉਹ ਨਿਰੰਕਾਰ ਹੈ। ਫਿਰ
ਜਦੋਂ ਉਹਨੇ ਕਿਸੇ ਆਪਣੇ ਭਗਤ ਨੂੰ ਦਰਸ਼ਨ ਦੇਣੇ ਹੁੰਦੇ ਹਨ, ਫਿਰ ਉਹ ਏਕ ਓਂਕਾਰ ਬਣਦਾ ਹੈ, ਇੱਕ ਸੂਖਸ਼ਮ ਆਕਾਰ ਧਾਰਦਾ ਹੈ, ਤਾਂ ਜੋ ਭਗਤ ਨੂੰ ਦਰਸ਼ਨ ਹੋ ਸਕਣ। ਉਹ ਏਕ ਓਂਕਾਰ ਹੁੰਦਾ ਹੈ। ਜਿਵੇਂ ਮੰਨ ਲਓ ਤੁਸੀਂ ਭਜਨ ਬੰਦਗੀ ਕਰਦੇ 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 ਐਸੀ ਅਵਸਥਾ 'ਤੇ ਪਹੁੰਚ ਜਾਓ ਕਿ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਜਾਣ, ਉਹ ਪਰਮਾਤਮਾ ਦਾ ਏਕ ਓਂਕਾਰ ਹੈ। ਜਿਹੜਾ ਗੁਰੂਆਂ ਨੂੰ ਮੰਨਦਾ ਹੈ ਉਹਨੂੰ ਗੁਰੂ ਦੇ ਦਰਸ਼ਨ ਹੋਣਗੇ। ਕਿਸੇ ਦਸਾਂ ਦੇ ਵਿੱਚੋਂ ਕਿਸੇ ਗੁਰੂ ਦੇ ਦਰਸ਼ਨ ਹੁੰਦੇ, ਸੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਸਕਦੇ ਹਨ। ਮਹਾਂਪੁਰਖ ਕਹਿੰਦੇ ਸੀ ਬੜੀ ਵੱਡੀ ਕਿਸਮਤ ਹੁੰਦੀ ਹੈ ਤਾਂ ਸੁਪਨੇ 'ਚ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ, ਬੜੀ ਵੱਡੀ ਕਿਸਮਤ ਹੋਵੇ। ਸਮਾਧੀ ਵਿੱਚ ਦਰਸ਼ਨ ਹੋਣੇ ਤਾਂ ਖੈਰ ਬਹੁਤ ਹੀ ਵੱਡੀ ਗੱਲ ਹੈ ਨਾ। ਸੁਪਨੇ ਦੇ ਵਿੱਚ ਵੀ ਅਗਰ ਗੁਰੂ ਗ੍ਰੰਥ ਦੇ ਕਹਿੰਦੇ ਦਰਸ਼ਨ ਹੁੰਦੇ ਨੇ, ਬਹੁਤ ਵੱਡੀ ਗੱਲ ਹੈ। ਜੇ ਕਿਤੇ ਕਿਤੇ ਏਕ ਓਂਕਾਰ ਲਿਖਿਆ ਹੋਇਆ ਹੈ, ਕਹਿੰਦੇ ਜੇ ਏਕ ਓਂਕਾਰ ਦੇ ਦਰਸ਼ਨ ਹੋਣ ਤਾਂ ਉਦੋਂ ਵੀ ਵੱਡੀ ਗੱਲ ਹੈ, ਉਦੋਂ ਵੱਡੀ ਗੱਲ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਤੀਜਾ ਜਿਹੜਾ ਹੈ ਸਰੂਪ ਹੈ ਪਰਮਾਤਮਾ ਦਾ, ਉਹ ਸਰਗੁਣ ਸਰੂਪ ਹੈ, ਜਿਹੜਾ ਇਹਨਾਂ ਖੁੱਲ੍ਹੀਆਂ ਅੱਖਾਂ ਨਾਲ ਦਿਸਦਾ ਹੈ। ਸਾਰੇ ਸ੍ਰਿਸ਼ਟੀ ਜਿੰਨੀ ਹੈ ਇਹ ਸਾਰਾ ਪਰਮਾਤਮਾ ਦਾ ਸਰਗੁਣ ਸਰੂਪ ਹੈ। ਇਸ ਲਈ ਪਰਮਾਤਮਾ ਨਿਰਗੁਣ ਵੀ ਹੈ, ਜਿਹੜਾ ਇਹਨਾਂ ਅੱਖਾਂ ਨਾਲ ਵਿਖਾਈ ਨਹੀਂ ਦਿੰਦਾ, ਸਰਗੁਣ ਵੀ ਹੈ, ਜਿਹੜੇ ਅੱਖਾਂ ਨਾਲ ਵਿਖਾਈ ਦਿੰਦਾ ਹੈ, ਪਰ ਫਿਰ ਵੀ ਉਹ ਅਲੇਪਾ ਹੈ, ਉਹ ਨਿਰਲੇਪ ਹੈ। ਉਹ ਸਾਡੇ 'ਚ ਲਿਪਤ ਨਹੀਂ ਹੁੰਦਾ, ਉਹ ਮਾਇਆ 'ਚ ਲਿਪਤ ਨਹੀਂ ਹੁੰਦਾ, ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਰਹਿੰਦਾ ਹੈ। ਕਰਨ ਕਰਾਵਣ ਅੰਤਰ ਜਾਮੀ, ਆਨੰਦ ਕਰੈ ਨਾਨਕ ਆਸਾਮੀ। ਪਰਮਾਤਮਾ ਕਰਨ ਵਾਲਾ ਵੀ ਹੈ, ਜੋ ਕਰਨਾ ਚਾਹੇ ਕਰ ਸਕਦਾ ਹੈ। ਕਰਾਵਣ ਹੈ, ਜੋ ਕਿਸੇ ਤੋਂ ਕਰਾਉਣਾ ਚਾਹੇ ਕਰਾ ਸਕਦਾ ਹੈ। ਪਰਮਾਤਮਾ ਜੋ ਕਿਸੇ ਤੋਂ ਕਰਾਉਣਾ ਚਾਹੇ ਕਰਾ ਸਕਦਾ, ਉਹਦੀ ਮਰਜ਼ੀ ਹੈ। ਛੱਜੂ ਝਰ ਵਰਗੇ ਟੋਟਲ ਅਨਪੜ੍ਹ, ਗ੍ਰੰਥਾਂ 'ਤੇ ਲਿਖਿਆ ਉਹ ਗੁੰਗਾ ਵੀ ਸੀ। ਉਹ ਗੁੰਗਾ ਜਿਹਨੂੰ ਪੰਡਤ ਲੈ ਆਇਆ ਲਾਲ ਚੰਦ 8ਵੇਂ ਪਾਤਸ਼ਾਹ ਦੇ ਕੋਲ, ਕਹਿੰਦੇ ਤੂੰ ਸਾਡੇ 'ਤੇ ਸ਼ੰਕਾ ਕਰਦਾ ਨਾ, ਤੂੰ ਕੋਈ ਅਨਪੜ੍ਹ ਬੰਦਾ ਲੈ ਆ। ਉਹ ਲੈ ਲਾਲ ਚੰਦ ਨਾ ਉਸ ਨੂੰ ਛੱਜੂ ਝਾਰ ਨੂੰ, ਹਾਂ ਕਹਿੰਦੇ ਪੰਡਤ ਜੀ ਉਹਨੂੰ ਛੱਜੂ ਝਾਰ ਨੂੰ ਕਹਿੰਦੇ ਵੀ ਸੱਜਣਾ ਆਹ ਛਪੜੀ ਹੈ ਜਿੱਥੇ ਹੁਣ ਸਰੋਵਰ ਬਣਿਆ ਹੋਇਆ, ਆਹ ਛਪੜੀ ਹੈ, ਇੱਥੇ 5 ਇਸ਼ਨਾਨਾ ਕਰ ਲੈ। ਚੌਂਕੀ 'ਤੇ ਬਿਠਾਇਆ ਹੈ। ਪੰਡਤ ਜੀ ਨੂੰ ਕਹਿੰਦਾ ਬੋਲੋ ਜੀ ਆਪਣੀ ਗੀਤਾ 'ਚ ਸ਼ਲੋਕ। 8ਵੇਂ ਪਾਤਸ਼ਾਹ ਨੇ ਛੱਜੂ ਝਾਰ ਦੇ ਸਿਰ 'ਤੇ ਆਪਣੀ ਸੋਟੀ ਰੱਖਤੀ ਹੈ। ਹੁਣ 8ਵੇਂ ਪਾਤਸ਼ਾਹ ਦੀ ਸ਼ਕਤੀ ਉਹਦੇ ਵਿੱਚ ਪ੍ਰਵੇਸ਼ ਕਰ ਗਈ ਹੈ। ਚਾਹੇ ਹੱਥ ਰੱਖ ਦੇਣ ਅਤੇ ਚਾਹੇ ਸੋਟੀ ਰੱਖ ਦੇ। ਹਾਲਾਂਕਿ ਜਿਹੜਾ ਹੈ ਲੱਕੜ ਦੀ ਸੋਟੀ ਬੈਡ ਕੰਡਕਟਰ ਹੈ, ਲੋਹਾ ਗੁੱਡ ਕੰਡਕਟਰ ਹੁੰਦਾ ਹੈ। ਲੋਹਾ ਇੱਕ ਪਾਸੇ ਗਰਮ ਕਰੋ ਦੂਜੇ ਪਾਸੇ ਤੱਕ ਗਰਮ ਹੋ ਜਾਂਦਾ ਹੈ। ਲੱਕੜੀ ਨੇ ਇੱਕ ਪਾਸੇ ਗਰਮ ਕਰੋ ਦੂਜੇ ਪਾਸੇ ਨਹੀਂ ਹੁੰਦੀ। ਸਾਇੰਸ ਵਾਲੇ ਜਾਣਦੇ ਸੀ ਗੱਲ। ਹਾਲਾਂਕਿ ਲੱਕੜੀ ਦੀ ਸੋਟੀ ਰੱਖੀ, ਉਹਦੇ ਰਾਹੀਂ ਵੀ ਗੁਰੂ ਮਹਾਰਾਜ ਦੇ ਗਿਆਨ ਦਾ ਕਰੰਟ ਉਹਦੇ ਤੱਕ ਗਿਆ ਹੈ। ਉਹ ਤਾਂ ਬ੍ਰਹਮ ਗਿਆਨੀ ਹੋ ਗਿਆ। ਕਹਿੰਦੇ ਪੰਡਤ ਜੀ ਹੁਣ ਪੁੱਛੋ। ਉਹ ਸੰਸਕ੍ਰਿਤ ਦੇ ਸ਼ਲੋਕ ਬੋਲਦਾ, ਛੱਜੂ ਝਾਰ ਵਿਦਵਾਨਾਂ ਦੀ ਤਰ੍ਹਾਂ ਅਰਥ ਕਰ ਰਿਹਾ ਹੈ। ਪੰਡਤ ਹੱਕਾ ਬੱਕਾ ਰਹਿ ਗਿਆ, ਮੱਥਾ ਟੇਕਦਾ ਗੁਰੂ ਮਹਾਰਾਜ ਨੂੰ, ਕਹਿੰਦਾ ਮੇਰੇ ਤੋਂ ਭੁੱਲ ਹੋ ਗਈ। ਜੇ ਤੁਹਾਡੀ ਸੋਟੀ 'ਚ ਇੰਨੀ ਤਾਕਤ ਹੈ ਤਾਂ ਤੁਹਾਡੇ 'ਚ ਕਿਤਨੀ ਹੋਵੇਗੀ ਮੈਂ ਅੰਦਾਜ਼ਾ ਹੀ ਨਹੀਂ ਲਾ ਸਕਦਾ। ਸੋ ਇਸ ਲਈ ਬ੍ਰਹਮ ਗਿਆਨੀ ਦੀ ਸ਼ਕਤੀਆਂ ਦਾ ਕੋਈ ਅੰਦਾਜ਼ਾ ਨਹੀਂ ਲੱਗਦਾ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਰੱਬ ਰੂਪ ਹੁੰਦਾ ਹੈ, ਉਹਦੇ 'ਤੇ ਰੱਬ 'ਚ ਕੋਈ ਫਰਕ ਨਹੀਂ ਹੁੰਦਾ ਹੈ। ਪਰਮਾਤਮਾ ਕਰਨ ਕਰਾਵਣ ਵਾਲਾ, ਕਰ ਵੀ ਸਕਦਾ ਹੈ, ਕਰਵਾ ਵੀ ਸਕਦਾ ਹੈ, ਅੰਤਰਜਾਮੀ ਹੈ। ਸਾਡੇ ਮਨ 'ਚ ਕੀ ਖਿਆਲ ਚੱਲ ਰਿਹਾ ਉਸ ਦਾ ਉਸਨੂੰ ਪਤਾ ਹੈ। ਤਾਂ ਹੀ ਕਹਿੰਦੇ ਬਿਨ ਬੋਲਿਆ ਸਭ ਕੁਛ ਜਾਣਦਾ। ਪਰਮਾਤਮਾ ਬਿਨਾਂ ਬੋਲੇ ਹੀ ਜਾਣਦਾ ਹੈ। ਹੁਣ ਦੇਖੋ ਸੰਗਤ ਬੈਠੀ ਹੈ, ਕੋਈ ਬੰਦਾ ਆਇਆ,
ਉਹ ਦੋਨੋਂ ਹੱਥ ਜੋੜ ਕੇ ਮਨ 'ਚ ਕੋਈ ਅਰਦਾਸ ਕਰਦਾ, ਗੁਰੂ ਮਹਾਰਾਜ ਕੁਛ ਮੰਗ ਰਿਹਾ ਹੈ। ਆਪਣ ਦੀ ਨਹੀਂ ਨਾ ਸੁਣਦਾ, ਪਰ ਗੁਰੂ ਮਹਾਰਾਜ ਅੰਤਰਜਾਮੀ ਹੋਣ ਕਰਕੇ ਉਹਨੂੰ ਪਤਾ ਹੈ ਕੀ ਮੰਗ ਰਿਹਾ ਹੈ। ਉਹਨੂੰ ਪਤਾ ਉਹ ਅੰਤਰਜਾਮੀ। ਹੁਣ ਜਦੋਂ ਬੰਦਾ ਕੋਈ ਸੰਤ ਮਹਾਤਮਾ ਅੰਤਰਜਾਮੀ ਹੋ ਜਾਵੇ, ਕੋਈ ਵੀ ਬੰਦਾ ਉਹਨਾਂ ਨੂੰ ਮਿਲਣ ਆਇਆ, ਉਹਨਾਂ ਨੂੰ ਗੇੜ ਤੋਂ ਪਰੇ ਹੀ ਪਤਾ ਲੱਗਦਾ ਫਲਾਣਾ ਬੰਦਾ ਆ ਰਿਹਾ ਔਰ ਇਸ ਭਾਵਨਾ ਨੂੰ ਲੈ ਕੇ ਆ ਰਿਹਾ ਹੈ। ਜੇ ਉਹਨੂੰ ਪਤਾ ਵੀ ਇਹ ਦੁਸ਼ਟ ਆ ਰਿਹਾ ਹੈ, ਮੈਨੂੰ ਕੋਈ ਨੁਕਸਾਨ ਪਹੁੰਚਾਏਗਾ, ਪਹਿਰੇਦਾਰ ਨੂੰ ਸਾਵਧਾਨ ਕਰਦਾ, ਦਰਵਾਜ਼ਾ ਬੰਦ ਕਰ ਦੇ, ਉਹਨੂੰ ਅੰਦਰ ਨਹੀਂ ਵੜਨ ਦੇਣਾ, ਸਾਵਧਾਨ ਹੋ ਜਾਓ। ਕਿਉਂਕਿ ਇਸ ਤਰ੍ਹਾਂ ਪਰਮਾਤਮਾ ਵੀ ਅੰਤਰਜਾਮੀ ਹੈ। ਉਹ ਜੋ ਕਰਨਾ ਚਾਹੇ ਕਰ ਸਕਦਾ, ਕਰਾਵਣ, ਜੋ ਕਿਸੇ ਤੋਂ ਕਰਾਉਣਾ ਚਾਹੇ ਕਰਾ ਸਕਦਾ ਹੈ। ਉਹ ਅੰਤਰਜਾਮੀ ਤਾਂ ਹੈ, ਘਟ ਘਟ ਕੀ ਜਾਣਦੇ। ਆਨੰਦ ਕਰੇ ਨਾਨਕ ਕਾ ਸੁਆਮੀ। ਗੁਰੂ ਮਹਾਰਾਜ ਸਾਡਾ ਮਾਲਕ ਪਰਮਾਤਮਾ ਆਨੰਦ 'ਚ, ਉਹ ਆਨੰਦ ਵਿੱਚ ਹੈ। ਐਨੀਆਂ ਸ਼ਕਤੀਆਂ ਦਾ ਮਾਲਕ ਹੈ। ਐਡੇ ਖੰਡ ਬ੍ਰਹਮੰਡ ਬਣਾਏ ਨੇ, ਪਤਾ ਹੀ ਨਹੀਂ ਕਿੰਨੇ ਜੀਵ ਜੰਤੂ ਨੇ, ਸਭ ਦਾ ਖਿਆਲ ਰੱਖਦਾ, ਪਰ ਫਿਰ ਵੀ ਬੇਪਰਵਾਹ ਹੈ। ਕੋਈ ਫਿਕਰ ਚਿੰਤਾ ਨਹੀਂ ਉਸ ਨੂੰ। ਕਿਉਂ? ਉਹਦਾ ਹੁਕਮ ਆਪਣੇ ਆਪ ਚੱਲਦਾ ਰਹਿੰਦਾ ਹੈ। ਉਹ ਆਪਣਾ ਕਾਰਜ ਆਪ ਕਰਦਾ ਹੁੰਦਾ, ਹੁਕਮ ਹੁੰਦਾ। ਇਸ ਲਈ ਉਹ ਆਨੰਦ 'ਚ ਰਹਿੰਦਾ। ਆਪਣੇ ਤਾਂ 2 ਜਵਾਕ ਪਾਲੇ, ਇਹਦੀ ਚਿੰਤਾ ਸਾਰੀ ਉਮਰ ਲੱਗੀ ਰਹਿੰਦੀ। ਅਸੀਂ ਰੱਬ ਦੇ ਪਤਾ ਨਹੀਂ ਕਿੰਨੇ ਕੁ ਜਵਾਕ ਨੇ ਆਉਂਦੇ, ਉਹਨੂੰ ਕੋਈ ਚਿੰਤਾ ਨਹੀਂ। ਅਸੀਂ ਉਹਦੀ ਚਿੰਤਾ ਘਟਾਤੀ ਹੈ। ਅਸੀਂ ਉਹਨੂੰ ਆਪਣਾ ਬਾਪ ਹੀ ਨਹੀਂ ਮੰਨਦੇ। ਨਿਬੜਿਆ ਕੰਮ। ਉਹ ਅਸੀਂ ਉਹਨੂੰ ਆਪਣਾ ਬਾਪ ਹੀ ਨਹੀਂ ਮੰਨਦੇ ਕਿ ਚੰਗਾ ਭਾਈ ਫਿਰ ਆਪਣਾ ਕਮਾਈ ਜੋ ਖਾਈ ਜਾਓ। ਜਿਸ ਨੂੰ ਆਪਣਾ ਬਾਪ ਮੰਨਾਂਗੇ ਤੇ ਫਿਰ ਕਹੇਗਾ ਕੋਈ ਨਹੀਂ ਭਾਈ, ਬੋਲ ਕੀ ਚਾਹੀਦਾ ਤੈਨੂੰ। ਆ ਛੋਟੇ ਬੱਚੇ ਨੇ ਕਈ ਵਾਰੀ ਤਾਂ ਦੇਖਿਆ ਨਾ, ਜਦ ਮਾਂ ਜਾਂ ਬਾਪ ਨਾਲ ਰੋਸੇ ਨਾ, ਲੱਤਾਂ ਚੌੜੀਆਂ ਕਰਕੇ ਢਾਕਾਂ 'ਤੇ ਹੱਥ ਇਸ ਤਰ੍ਹਾਂ ਰੱਖ ਕੇ ਖੜ ਜਾਂਦੇ ਨੇ। ਅੰਦਰ ਹਉਮੈ ਆ ਗਈ ਹੈ, ਤੂੰ ਮੈਨੂੰ ਕੀ ਸਮਝਿਆ ਹੈ, ਮਨ 'ਤੇ ਸੋਚ ਰਿਹਾ ਹੋ। ਮਾਂ ਕਹਿੰਦੇ ਦਫਾ ਹੋ, ਫਿਰ ਆਪਣਾ ਕਮਾਲ ਹੈ, ਖਾ ਲੈ। ਜਿਹੜਾ ਨਲਾਇਕ ਪੁੱਤ ਹੋਵੇ, ਮਾਂ ਪਿਓ ਦੇ ਅੱਗੇ ਬੋਲੇ, ਉਹ ਕਿ ਜਦ ਦਫਾ ਘਰੋਂ ਨਿਕਲ ਅਤੇ ਆਪਣਾ ਕਮਾ ਕੇ ਖਾ ਲੈ। ਐਂ ਸਾਡੇ ਬਾਪੂ ਪਰਮਾਤਮਾ ਨੇ ਸਾਨੂੰ ਘਰੋਂ ਕੱਢਤਾ, ਦਫਾ ਹੋ, ਤੁਸੀਂ ਮੇਰੀ ਗੱਲ ਨਹੀਂ ਮੰਨਦੇ, ਜਾਓ ਕਮਾਈ ਜਾਓ, ਖਾਈ ਜਾਓ। ਉਹ ਥੋੜ੍ਹੇ ਜਿਹੇ ਨੇ ਜਿਹੜੇ ਉਹਦੇ 'ਤੇ ਨਿਰਭਰ ਨੇ, ਇੰਨੇ ਕੁ ਕਰ ਲੈਂਦਾ, ਬਾਕੀ ਵਕਤ ਨੂੰ ਫੜੇ ਰਹੋ। ਹਾਂ, ਮਨੁੱਖ ਤੋਂ ਬਿਨਾਂ ਬਾਕੀ ਜਿੰਨੀਆਂ ਜੂਨੀਆਂ ਹਨ, ਉਹਨਾਂ ਵਿੱਚੋਂ ਜਿਨ੍ਹਾਂ ਨੂੰ ਅਸੀਂ ਨਹੀਂ ਪਾਲਿਆ, ਜਿਨ੍ਹਾਂ ਨੂੰ ਤਾਂ ਅਸੀਂ ਪਾਲਦੇ ਹਾਂ, ਤੇ ਸਾਡੀ ਜ਼ਿੰਮੇਵਾਰੀ। ਤੁਸੀਂ ਕੋਈ ਕੁੱਤਾ ਰੱਖ ਲਿਆ, ਉਹਨੂੰ ਰੋਟੀ ਪਾਣੀ ਦੇਣਾ ਸਾਂਭ ਤੁਹਾਡੀ ਜ਼ਿੰਮੇਵਾਰੀ ਹੈ। ਪਰ ਜਿਹੜਾ ਗਲੀ 'ਚ ਕੁੱਤਾ ਫਿਰਦਾ, ਉਹਨੂੰ ਪਰਮਾਤਮਾ ਪਾਲਦਾ ਹੈ। ਜਿਹੜੀ ਮੱਝ ਤੁਸੀਂ ਰੱਖ ਲਈ, ਕਿੱਲੇ ਬੰਨ ਲਏ ਹੈ, ਉਹਦੀ ਸਾਂਭ ਸੰਭਾਲ ਤੁਸੀਂ ਕਰਨੀ ਹੈ। ਜਿਹੜੀ ਮੱਝ ਸੜਕਾਂ 'ਤੇ ਫਿਰਦੀ, ਉਹਨੂੰ ਪਰਮਾਤਮਾ ਸਾਂਭੇਗਾ। ਜਿਹੜੇ ਜੀਵ ਜੰਤੂ ਨੇ ਪਰਮਾਤਮਾ 'ਤੇ ਨਿਰਭਰ ਨੇ, ਇਸ ਲਈ ਪਰਮਾਤਮਾ ਉਹਨਾਂ ਦਾ ਖਿਆਲ ਰੱਖਦਾ ਹੈ। ਬੰਦੇ 'ਚ ਹਉਮੈ ਹੈ, ਮੈਂ ਭਾਵਨਾ ਹੈ, ਇਸ ਕਰਕੇ ਉਹ ਕਹਿੰਦਾ ਚੰਗਾ ਫਿਰ ਆਪਣਾ ਕਮਾਈ ਜਾ, ਖਾਈ ਜਾ, ਵੱਧ ਕਮਾ ਲੈ, ਘੱਟ ਕਮਾ ਲੈ, ਤੂੰ ਜੋ ਮਰਜ਼ੀ ਕਰ ਲੈ। ਅਤੇ ਜੇ ਅਸੀਂ ਉਹਦਾ ਨਾਮ ਜਪਦੇ ਰਹੀਏ ਅਤੇ ਕਹੇ ਬਾਪੂ ਜੀ ਕਿਰਪਾ ਕਰੋ, ਆਹ ਚੀਜ਼ ਦੇ ਦਿਓ, ਕਹਿੰਦੇ ਕੋਈ ਨਹੀਂ, ਮੇਰਾ ਪਿਆਰਾ ਪੁੱਤਰ ਹੈ, ਲੈ ਵਾਧੂ ਲੈ। ਜਿਵੇਂ ਮੈਂ ਦੇਖਿਆ, ਤੁਹਾਡੇ ਬੱਚੇ ਤੁਹਾਨੂੰ ਪਿਆਰ ਕਰਦੇ ਨੇ, ਅੱਛੇ ਨੇ, ਤੁਸੀਂ ਬਾਜ਼ਾਰ ਗਏ ਹੋ ਮੀਆਂ ਬੀਬੀ, ਤੁਹਾਨੂੰ ਉੱਥੇ ਕੋਈ ਚੀਜ਼ ਪਸੰਦ ਆ ਗਈ ਹੈ, ਹਾਲਾਂਕਿ ਤੁਹਾਡੇ ਬੱਚੇ ਨੇ ਮੰਗੀ ਨਹੀਂ, ਪਰ ਤੁਹਾਨੂੰ ਪਸੰਦ ਆ ਗਈ, ਤੁਸੀਂ ਆਪਣੇ ਬੱਚੇ ਲਈ ਖਰੀਦ ਕੇ ਲੈ ਆਉਂਦਾ ਬਿਨਾਂ ਮੰਗਿਆ। ਬਿਨਾਂ ਮੰਗਿਆ ਦੇ ਰੋ ਕਿ ਨਹੀਂ? ਐਂ ਹੀ ਪਰਮਾਤਮਾ ਆਪਣੇ ਭਗਤ ਨੂੰ ਬਿਨਾਂ ਮੰਗੇ ਹੀ ਦਿੰਦਾ, ਵੀ ਲੈ ਭਾਈ ਤੂੰ ਮੰਗਿਆ ਤਾਂ ਨਹੀਂ ਸੀ, ਪਰ ਮੈਂ ਤੈਨੂੰ ਪਿਆਰ ਕਰਦਾ ਹਾਂ, ਆ ਚੱਕ। ਜਿਵੇਂ ਤੁਸੀਂ ਆਪਣੇ ਪਿਆਰੇ ਬੱਚੇ ਲਈ ਚੀਜ਼ਾਂ ਖਰੀਦ ਕੇ ਲਿਆਉਂਦੇ ਹੋ, ਉਹਦਾ ਬਿਨਾਂ ਮੰਗੇ ਹੋਏ। ਤੁਹਾਨੂੰ ਤਾਂ ਇਸ ਗੱਲ ਦਾ ਜ਼ਿਆਦਾ ਪਤਾ, ਤੁਸੀਂ ਪਰਿਵਾਰ ਵਾਲੇ ਹੋ, ਪਰ ਮੈਂ ਜਿੱਥੇ ਦਾ ਦੇਖਦਾ ਰਹਿਣਾ ਕਿ ਬੱਚੇ ਨੇ ਮੰਗਿਆ ਨਹੀਂ, ਮਾਂ ਬਾਪ ਮਾਰਕੀਟ 'ਚ ਗਏ ਨੇ, ਉਹਨਾਂ ਨੂੰ ਕੋਈ ਚੀਜ਼ ਚੰਗੀ ਲੱਗੀ ਹੈ, ਉਹ ਆਪਣੇ ਬੱਚੇ ਲਈ ਖਰੀਦ ਲਿਆਉਂਦੇ। ਐਂ ਹੀ ਪਰਮਾਤਮਾ ਜਿਹੜਾ ਹੈ,
ਫਿਰ ਕਹਿੰਦਾ ਭਗਤ ਮੇਰਾ ਬੱਚਾ ਹੈ, ਮੇਰਾ ਪਿਆਰਾ ਬੱਚਾ ਹੈ, ਉਹਨੂੰ ਬਿਨਾਂ ਮੰਗੇ ਹੀ ਦਿੰਦਾ ਰਹਿੰਦਾ ਹੈ, ਕਿਸੇ ਚੀਜ਼ ਦੀ ਉਹਨੂੰ ਕਮੀ ਹੀ ਨਹੀਂ ਆਉਣ ਦਿੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਆਸਾ ਮਹਿਲਾ ਪੰਜਵਾਂ, ਕੋਟ ਜਨਮ ਕੇ ਰਹੇ ਭਵਾਰੇ, ਦੁਲਭ ਦੇ ਜੀਤੀ ਨਹੀਂ ਹਾਰੇ। ਜੀਤੀ ਤੇ ਜਾ ਕੇ ਰੁਕਣਾ, ਦੁਲਭ ਦੇ ਜੀਤੀ ਨਹੀਂ ਹਾਰੇ। ਕੋਟ ਜਨਮ ਕੇ ਰਹੇ ਭਵਾਰੇ, ਜਦੋਂ ਪਰਮਾਤਮਾ ਦਾ ਨਾਮ ਜਪਿਆ ਤਾਂ ਜਿਹੜੇ ਕਰੋੜਾਂ ਜਨਮਾਂ 'ਚ ਚੱਕਰ ਲਾਉਣਾ ਸੀ, ਭਵਾਰੇ ਚੱਕਰ ਲਾਉਣਾ, ਕਦੇ ਕਿਸੇ ਜੂਨੀ 'ਚ ਕਦੇ ਕਿਸੇ ਜੂਨੀ 'ਚ ਉਹ ਰਹੇ ਹੁੰਦੇ, ਖਤਮ ਹੋ ਗਏ, ਉਹ ਹੁਣ ਖਤਮ ਹੋ ਗਏ, ਜੂਨੀਆਂ ਦੇ ਚੱਕਰ ਖਤਮ ਹੋ ਗਏ। ਦੁਲਭ ਦੇ ਜੀਤੀ, ਇਹ ਦੇਹੀ ਜਿਹੜੀ ਮਸਾਂ ਲੱਭੀ ਹੈ ਇਹ ਜਿੱਤ ਲਈ ਹੈ, ਭਾਵ ਮਨੁੱਖਾ ਜੀਵਨ ਦਾ ਜਿਹੜਾ ਉਦੇਸ਼ ਸੀ ਉਹ ਪ੍ਰਾਪਤ ਕਰ ਲਿਆ, ਨਹੀਂ ਹਾਰੇ। ਹੁਣ ਜੀਵਨ ਬਾਜ਼ੀ 'ਚ ਹਾਰਿਆ ਨਹੀਂ ਮਨੁੱਖ। ਕਿਲ ਵਿਖ ਬਨਾਸੇ ਦੁੱਖ ਦਰਦ ਦੂਰ, ਭਏ ਪੁਨੀਤ ਸੰਤਨ ਕੀ ਧੂਰ। ਜਿਨ੍ਹਾਂ ਨੂੰ ਸੰਤਾਂ ਦੀ ਚਰਨ ਧੂੜ ਪ੍ਰਾਪਤ ਹੋ ਗਈ ਨਾ, ਭਏ ਪੁਨੀਤ, ਪੁਨੀਤ ਦਾ ਪਵਿੱਤਰ, ਉਹ ਪਵਿੱਤਰ ਹੋ ਗਏ। ਹੋਰ ਕੀ ਹੋਇਆ? ਕਿਲ ਵਿਖ ਬਿਨਾਸੇ, ਕਿਲ ਵਿਖ ਦਾ ਪਾਪ, ਉਹਨਾਂ ਦੇ ਸਾਰੇ ਪਾਪ ਖਤਮ ਹੋ ਗਏ। ਦੁੱਖ ਦਰਦ ਦੂਰ, ਉਹਨਾਂ ਦਾ ਦੁੱਖ ਦਰਦ ਦੂਰ ਹੋ ਗਿਆ, ਕਿਉਂਕਿ ਉਹਨਾਂ ਨੂੰ ਸੰਤਾਂ ਦੀ ਚਰਨ ਧੂੜ ਪ੍ਰਾਪਤ ਹੋ ਗਈ ਹੈ। ਕਰੋੜਾਂ ਜਨਮਾਂ ਜਿਹੜੇ ਜੀ ਉਹਨਾਂ ਜਨਮ ਲੈਣੇ ਸਨ ਉਹ ਖਤਮ ਹੋ ਗਏ। ਜਿਹੜੀ ਦੁਰਲੱਭ ਦੇਹੀ ਸੀ ਮਨੁੱਖ ਦੇਹੀ, ਇਹ ਜੀਵਨ ਬਾਜ਼ੀ ਜਿੱਤ ਗਿਆ ਹੈ ਕਿ ਅਸੀਂ ਬਾਜ਼ੀ ਇਹ ਪਰਮਾਤਮਾ ਦੇ ਨਾਮ ਜਿੱਤਣ ਨਾਲ ਬਾਜ਼ੀ ਜਿੱਤੀ ਜਾ ਸਕਦੀ ਹੈ। ਸੋ ਮਨੁੱਖਾ ਜੀਵਨ ਦੀ ਬਾਜ਼ੀ ਉਹ ਜਿੱਤ ਜਾਂਦਾ ਹੈ। ਰਹਾ ਪ੍ਰਭ ਕੇ ਸੰਤ ਉਦਾਹਰਣ ਜੋਗ, ਪਰਮਾਤਮਾ ਜਿਹੜੇ ਸੰਤ ਨੇ ਉਹ ਦੂਜਿਆਂ ਦੇ ਭਲਾ ਕਰਨ ਦੇ ਸਮਰੱਥ ਹਨ। ਉਦਾਹਰਨ ਦਾ ਪਾਰ ਉਤਾਰਾ ਕਰਨ, ਪਰਮਾਤਮਾ ਦੇ ਸੰਤ ਲੋਕਾਂ ਦਾ ਪਾਰ ਉਤਾਰਾ ਕਰਨ ਦੇ ਯੋਗ ਹਨ। ਤਿਸ ਭੇਟੇ ਜਿਸ ਧੁਰ ਸੰਯੋਗ, ਪਰ ਜਿਹੜਾ ਧੁਰੋਂ ਹੀ ਸੰਯੋਗ ਲਿਖਾ ਕੇ ਰਹਿਣਾ ਉਹ ਗੁਰੂ ਨੂੰ, ਉਹ ਸੰਤ ਨੂੰ ਮਿਲੇਗਾ। ਸੰਤਾਂ ਨਾਲ ਮਿਲਾਪ ਵੀ ਉਸੇ ਦਾ ਹੀ ਹੋ ਗਿਆ ਜਿਹੜਾ ਧੁਰੋਂ ਸੰਯੋਗ ਮਿਲਾਪ ਲਿਖਾ ਕੇ ਲਿਆ। ਜਦੋਂ ਧਿਆਨ ਨਾਲ ਬਾਣੀ ਪੜ੍ਹਦੀ ਫਿਰ ਸਮਝ ਆਉਂਦੀ ਹੈ ਕਿ ਹਰ ਇੱਕ ਚੀਜ਼ ਪਹਿਲਾਂ ਹੀ ਲਿਖੀ ਹੋਈ ਹੈ। ਸਾਡੀ ਕਿਸਮਤ 'ਚ ਪਹਿਲੇ ਹੀ ਲਿਖਿਆ ਸੀ, ਤੁਸੀਂ ਸਤ ਸੰਗਤ ਕਰੋਗੇ, ਤੁਸੀਂ ਬਾਣੀ ਸਿੱਖੋਗੇ, ਲਿਖਿਆ ਹੋਇਆ ਸੀ, ਤਾਂ ਤੁਸੀਂ ਆਏ। ਕਿਸੇ ਦਾ ਬਚਪਨ 'ਚ ਲਿਖਿਆ, ਕਿਸੇ ਦਾ ਜਵਾਨੀ 'ਚ ਲਿਖਿਆ, ਕਿਸੇ ਦਾ ਬੁਢਾਪੇ 'ਚ ਲਿਖਿਆ। ਜਦੋਂ ਸਮਾਂ ਆਉਣਾ ਉਦੋਂ ਹੀ ਮਨੁੱਖ ਨੇ ਕਰਨਾ। ਹੁਣ ਮੇਰੇ ਕੋਲ ਦੂਜੀ 'ਚ ਬੱਚੇ ਪੜ੍ਹਦੇ ਨੇ, ਜਿਹੜੇ ਐਸੇ ਪਾੜਸੋਂ ਨੂੰ ਇਹ ਕਲਾਸ ਕਰ ਰਹੇ ਹੁੰਦੇ ਨੇ, ਦੂਜੀ 'ਚ ਪੜ੍ਹ ਰਹੇ ਬੱਚੇ, ਇੱਕ ਜਮਾਤ ਹੀ ਪਾਸ ਹੈ ਨਾ, ਦੂਜੀ ਤਾਂ ਹੁਣ ਹੋਏ ਨੇ ਅਪ੍ਰੈਲ 'ਚ, ਇੱਕ ਪਹਿਲੀ ਪਾਸ ਹੈ, ਇਹ ਕਲਾਸ ਬਾਣੀ ਪੜ੍ਹ ਰਿਹਾ ਹੈ। ਇਹ ਤਾਂ ਮੈਂ ਪਿਛਲੇ ਜਨਮ 'ਚ ਹੀ ਪਾਠੀ ਹੋਵੇਗਾ ਉਹ, ਕਿਉਂਕਿ ਪਿਛਲੇ ਗੁਣ ਔਗਣ ਸਾਡੇ ਨਾਲ ਹੀ ਆਉਂਦੇ ਨੇ। ਹੁਣ ਪਿਛਲੇ ਜਨਮ 'ਚ ਕੋਈ PhD ਸੀ, ਹੁਣ ਜਦੋਂ ਇਸ ਜਨਮ 'ਚ ਦਾਖਲ ਸਕੂਲ 'ਚ ਫਸਟ ਹੀ ਆਉਂਦਾ ਜਾਏਗਾ, ਆਲਾ ਕਹਿੰਦਾ ਫਲਾਣੇ ਦਾ ਮੁੰਡਾ ਬੜਾ ਹੁਸ਼ਿਆਰ ਹੈ ਜੀ, ਉਹ ਪਿਛਲੇ ਜਨਮ 'ਚ ਹੀ ਬਹੁਤ ਪੜ੍ਹਿਆ ਲਿਖਿਆ ਸੀ, ਉਹ ਨਾਲ ਹੀ ਸਾਰਾ ਗਿਆਨ ਆ ਗਿਆ ਉਹਦੇ ਨਾਲ ਹੀ ਆ ਜਾਂਦਾ। ਇਸ ਕਰਕੇ ਇਹ ਸੰਤਾਂ ਦੀ ਚਰਨ ਧੂੜ ਵੀ ਕਹਿੰਦੇ ਉਸ ਨੂੰ ਪ੍ਰਾਪਤ ਹੁੰਦੀ ਹੈ ਜਿਹੜਾ ਧੁਰੋਂ ਸੰਯੋਗ ਲਿਖਾ ਕੇ ਲਿਆ। ਸੰਤਾਂ ਸੰਯੋਗ ਹੁੰਦਾ ਮਿਲਾਪ, ਵਿਯੋਗ ਹੁੰਦਾ ਵਿਛੋੜਾ। ਜਿਹੜਾ ਸੰਤਾਂ ਦੇ ਨਾਲ ਮਿਲਾਪ ਲਿਖਾ ਕੇ ਲਿਆ, ਤੇਰਾ ਸੰਤਾਂ ਨਾਲ ਮੇਲ ਹੋਏਗਾ, ਉਸੇ ਸੰਤ ਨਾਲ ਹੀ ਮੇਲ ਹੁੰਦਾ। ਇੱਕ ਵਾਰੀ ਸੰਤ ਅਤਰ ਸਿੰਘ ਜੀ ਮਹਾਰਾਜ ਜਿਹੜੇ ਦੂਜੇ ਨੰਬਰ 'ਤੇ ਸਨ, ਬਾਬਾ ਤੇਜਾ ਸਿੰਘ, ਉਹ ਇੱਕ ਵਾਰੀ ਪੁੱਛਦੇ ਮਹਾਂਪੁਰਖਾਂ ਨੂੰ ਵੀ ਜੇ ਇੱਕ ਹੀ ਸ਼ਹਿਰ ਵਿੱਚ 3 ਬ੍ਰਹਮ ਗਿਆਨੀ ਹੋਣ, ਤਿੰਨਾਂ 'ਚੋਂ ਕੋਈ ਇੱਕ ਹੀ ਚੰਗਾ ਲੱਗਦਾ, 2 ਚੰਗੇ ਨਹੀਂ ਲੱਗਦੇ, ਕਈਆਂ ਨੂੰ ਤਿੰਨਾਂ 'ਚੋਂ ਕੋਈ ਵੀ ਨਹੀਂ ਚੰਗਾ ਲੱਗਦਾ, ਹੈਣ ਤਿੰਨੋਂ ਬ੍ਰਹਮ ਗਿਆਨੀ, ਇਹ ਕੀ ਕਾਰਨ ਹੈ? ਉਹ ਕਹਿੰਦੇ ਵੀ ਜਿਹਦੇ ਨਾਲ ਪੁਰਾਣਾ ਤੁਹਾਡਾ ਸੰਯੋਗ ਹੈ ਨਾ, ਉਹੀ ਤੁਹਾਨੂੰ ਚੰਗਾ ਲੱਗੇ। ਜਿਸ ਨਾਲ ਪੁਰਾਣੀ ਤੁਹਾਡੀ ਜਾਣਕਾਰੀ ਹੀ ਨਹੀਂ ਹੈ, ਉਹ ਤੁਹਾਨੂੰ ਚੰਗਾ ਨਹੀਂ ਲੱਗੇਗਾ। ਤਿੰਨਾਂ ਦੇ ਨਾਲ ਕਿਸੇ ਵੀ ਜਨਮ ਤੁਸੀਂ ਕਦੇ ਵਰਤੇ ਹੋ ਥੋੜ੍ਹਾ ਬਹੁਤਾ ਵੀ, ਉਸ ਨਾਲ ਹੀ ਤੁਹਾਡੇ ਸੰਯੋਗ ਬਣਨਗੇ।
ਹੈ ਹੁੰਦੇ ਤਿੰਨੋਂ ਹੀ ਬ੍ਰਹਮ ਗਿਆਨੀ ਨੇ, ਪਰ ਜਿਹਦੇ ਨਾਲ ਸੰਯੋਗ ਲਿਖੇ ਉਹਦੇ ਉਸੇ ਨਾਲ ਹੀ ਹੁੰਦੇ ਨੇ। ਹੁਣ ਜਿਵੇਂ ਮੈਨੂੰ ਸਭ ਤੋਂ ਪਹਿਲਾਂ ਜਿਹੜਾ ਹੈ ਸੰਤ ਬਲਵੰਤ ਸਿੰਘ ਜੀ ਟਾਂਡਾ ਉੜਮੜ ਵਾਲੇ, ਉਹਨਾਂ ਨਾਲ ਮੇਰਾ 7 ਸਾਲ ਸੰਬੰਧ ਰਿਹਾ, ਬੜਾ ਸਾਡਾ ਪਿਆਰ ਸੀ। ਜਦੋਂ ਵੀ ਉਹਨਾਂ ਮੇਰੇ ਇਲਾਕੇ 'ਚੋਂ ਲੰਘਣਾ ਹੈ, ਮੇਰੇ ਪਿੰਡ ਉਹਨਾਂ ਮੈਨੂੰ ਮਿਲਣ ਆਉਣਾ ਹੈ। ਫਿਰ ਉਹ ਕਹਿੰਦੇ ਭਾਈ ਸਾਨੂੰ ਪਹਿਲਾਂ ਬੰਦੇ ਭੇਜਣੇ ਪੈਂਦੇ ਨੇ ਇੱਥੇ ਵੀ ਜਿਹੜਾ ਹੈ ਪਤਾ ਕਰਕੇ ਉਹ ਵੀ ਜੈਮਲ ਸਿੰਘ ਜੀ ਘਰ ਨੇ। ਇਸ ਲਈ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਜਿਹੜਾ ਹੈ ਅਖਬਾਰ 'ਚ ਛਪਿਆ ਕਰੇਗਾ। ਇੱਕ ਤਾਂ ਪੰਜਾਬੀ ਟ੍ਰਿਬਿਊਨ, ਇੱਕ ਦੂਜੀ ਪੰਜਾਬੀ ਦੀ ਕਿਹੜੀ ਅਖਬਾਰ ਹੈ? ਹਾਂਜੀ ਅਜੀਤ। ਇਹ 'ਚ ਸਾਡਾ ਛਪਿਆ ਕਰੇਗਾ ਭਾਈ ਜਦੋਂ ਐਸੇ ਇਲਾਕੇ ਦਾ ਹੋਵੇ ਤੂੰ ਉਸ ਦਿਨ ਇੰਨੇ ਵਜੇ ਰਹਿਣੇ ਘਰ। ਫਿਰ ਉਹਨਾਂ ਨੇ ਚੌਂਕ ਦੇ ਵਿੱਚ ਆਪਣੀ ਗੱਡੀ ਖਿਲਾਰਨੀ, 2 ਬਰਛੇ ਵਾਲੇ ਭੇਜਣੇ ਵੀ ਜੇ ਮਾਸਟਰ ਜੀ ਘਰ ਨੇ ਉਹਨਾਂ ਨੂੰ ਸੱਦ ਕੇ ਲਿਆਓ। ਜਦੋਂ ਮੈਂ ਜਾਣਾ ਉਹਨਾਂ ਬਰਛਿਆਂ ਵਾਲਿਆਂ ਦੇ ਨਾਲ, ਲੋਕ ਗਲੀ ਵਾਲਿਆਂ ਨੂੰ ਪਤਾ ਲੱਗ ਜਾਣਾ ਵੀ ਮਹਾਂਪੁਰਖ ਹੋਣਗੇ ਇਹਨਾਂ ਦੇ ਘਰ। ਦੇਖੋ ਜੇ ਕਿਸੇ ਘਰ ਖੇਸ ਉਹਨੇ ਗਲੀ 'ਚ ਖੇਸ ਵਿਛਾ ਦੇਣਾ ਮਹਾਂਪੁਰਖ ਦੇ ਆਉਣ ਤੋਂ ਪਹਿਲਾਂ। ਦਰੀ ਮਿਲੀ ਹੈ ਦਰੀ ਵਿਛਾ ਦੇਣੀ, ਬੋਰੀ ਮਿਲ ਗਈ ਬੋਰੀ ਵਿਛਾ ਦੇਣੀ, ਪੱਲੀ ਮਿਲ ਗਈ ਹੈ ਪੱਲੀ ਵਿਛਾ ਦੇਣੀ। ਇੱਕ ਦਿਨ ਮੈਨੂੰ ਕਹਿੰਦੇ ਭਾਈ ਆਹ ਪੈਰਾਂ 'ਚ ਕੁਛ ਲੱਗਦਾ ਕੀ ਹੈ? ਮੈਂ ਜੀ ਇਹ ਗਲੀ ਵਾਲੇ ਤੁਹਾਡੇ ਸਤਿਕਾਰ ਵਜੋਂ ਕੱਪੜੇ ਵਿਛਾਏ ਹੋਏ ਗਲੀ। ਕਹਿੰਦੇ ਕਮਾਲ ਹੈ, ਇੰਨੀ ਸ਼ਰਧਾ ਭਾਵਨਾ ਇਹਨਾਂ 'ਚ। 7 ਸਾਲ ਮੈਨੂੰ ਉਹਨਾਂ ਪ੍ਰੇਮ ਰਿਹਾ। ਵਿੱਚ ਹੀ ਫਿਰ ਜਦੋਂ ਮੈਂ ਸੰਥਿਆ ਲੈਂਦਾ ਸੀ ਸੰਤ ਬਾਬਾ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਨਾਲ, ਉਹਨਾਂ ਨਾਲ ਮੇਰਾ ਸੰਬੰਧ ਹੋ ਗਿਆ। ਚਲੋ ਉਹਨਾਂ ਨਾਲ ਬਹੁਤਾ ਸਮਾਂ ਨਹੀਂ ਕਿਉਂਕਿ ਦੂਰ ਸਨ, ਉਸ ਇਲਾਕੇ 'ਚ ਘੱਟ ਆਉਂਦੇ ਸਨ। ਉਸ ਤੋਂ ਬਾਅਦ ਫਿਰ 78 ਤੋਂ ਬਾਅਦ ਕਿੰਨੇ ਹੀ ਸਾਲ ਕਿਸੇ ਸਾਧੂ ਨਾਲ ਕੋਈ ਸੰਪਰਕ ਨਹੀਂ ਹੋਇਆ। 1992 'ਚ ਆ ਕੇ ਸੰਤ ਸੁਖਦੇਵ ਸਿੰਘ ਨਾਲ ਮੇਰਾ ਮੇਲ ਹੋਇਆ। 92 ਤੋਂ ਲੈ ਕੇ 2003 ਤੱਕ ਜਿੰਨਾ ਚਿਰ ਸਰੀਰ ਨੇ ਤਿਆਗਿਆ ਮੇਰਾ ਬੜਾ ਉਹਨਾਂ ਨਾਲ ਪ੍ਰੇਮ ਰਿਹਾ। ਫਿਰ 96 ਦੇ ਸੰਤ ਸੀਤਲ ਸਿੰਘ ਨਾਲ ਮੇਰਾ ਪ੍ਰੇਮ ਹੋ ਗਿਆ। ਉਹ 2005 'ਚ ਸਰੀਰ ਤਿਆਗਿਆ, ਉਹ ਉਹਨਾਂ ਨਾਲ ਰਿਹਾ। ਫਿਰ ਹੁਣ ਉਦੋਂ ਬਾਅਦ ਅਜੇ ਹੋਰ ਕਿਸੇ ਨਾਲ ਨਹੀਂ ਹੈ, ਸੰਯੋਗ ਨਹੀਂ ਹੁੰਦੇ। ਇਹ ਸੰਯੋਗਾਂ ਨਾਲ ਮੇਲ ਹੁੰਦਾ ਵੀ ਕਿਹਦੇ ਨਾਲ ਤੁਹਾਡਾ ਮੇਲ ਹੋਵੇਗਾ, ਉਹ ਫਿਰ ਜੋ ਸਮਾਂ ਆਉਂਦਾ ਉਹ ਮੇਲ ਹੋ ਜਾਂਦਾ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਤਿਸ ਭੇਟੇ ਜਿਸ ਧੁਰ ਸੰਜੋਗ, ਜਿਹੜਾ ਧੁਰੋਂ ਮਹਾਂਪੁਰਖਾਂ ਨਾਲ ਸੰਯੋਗ ਲਿਖਾ ਕੇ ਲੈ ਮਹਾਂਪੁਰਖ ਉਸ ਨੂੰ ਮਿਲਦੇ ਹਨ। ਮਨ ਆਨੰਦ ਮੰਤਰ ਗੁਰ ਦੀਆ, ਗੁਰੂ ਨੇ ਕਹਿੰਦੇ ਮੈਨੂੰ ਗੁਰਮੰਤਰ ਦੇਤਾ ਹੈ, ਹੁਣ ਮੇਰੇ ਮਨ 'ਚ ਆਨੰਦ ਹੀ ਆਨੰਦ ਹੈ। ਤ੍ਰਿਸ਼ਨ ਬੁਝੀ ਮਨ ਨੇ ਚਲਤੀ ਆ, ਅੰਦਰ ਜੋ ਮਾਇਆ ਦੀ ਤ੍ਰਿਸ਼ਨਾ ਸੀ ਉਹ ਖਤਮ ਹੋ ਗਈ, ਮਨ ਅਡੋਲ ਹੋ ਗਿਆ ਹੈ। ਪਹਿਲਾਂ ਮਨ ਭਟਕਦਾ ਸੀ, ਕਹਿੰਦੇ ਹੁਣ ਅਡੋਲ ਹੋ ਗਿਆ। ਨਾਮ ਪਦਾਰਥ ਨੌ ਨਿਧ ਸਿੱਧ। ਦੇਖੋ ਨਾਮ ਇੱਕ ਐਸਾ ਪਦਾਰਥ ਹੈ ਜਿਹਦੇ ਵਿੱਚ 9 ਨਿਧੀਆਂ ਅਤੇ 18 ਸਿੱਧੀਆਂ ਨੇ। ਸੰਸਾਰ ਦੀ ਕੋਈ ਐਸੀ ਚੀਜ਼ ਨਹੀਂ ਜਿਹੜੀ ਪਰਮਾਤਮਾ ਦੇ ਨਾਮ ਵਿੱਚ ਨਹੀਂ ਹੋਈ। ਨਾਮ ਐਸਾ ਪਦਾਰਥ ਹੈ ਜਿਹਦੇ ਵਿੱਚ 9 ਨਿਧ ਸਿੱਧ, 9 ਨਿਧੀਆਂ ਭਾਵ ਸਾਰਾ ਧਨ ਦੌਲਤ, ਸਿੱਧੀਆਂ 18 ਕਰਾਮਾਤੀ ਸ਼ਕਤੀਆਂ ਇਸ ਨਾਮ ਦੇ ਵਿੱਚ ਹਨ। ਨਾਨਕ ਗੁਰ ਤੇ ਪਾਈ ਬੁੱਧ, ਪਰ ਇਹ ਜਿਹੜੀ ਸੋਝੀ ਹੈ ਇਹ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਕਿ ਨਾਮ ਦੇ ਵਿੱਚ ਹੀ ਸਭ ਕੁਛ ਹੈ। ਨਾਮ ਜਪੀ ਜਾਓ, ਸੰਸਾਰ ਦੀ ਹਰ ਇੱਕ ਚੀਜ਼ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਏਗੀ, ਆਪਣੇ ਆਪ ਹੀ ਮਿਲਣੀ ਸ਼ੁਰੂ ਹੋ ਜਾਏਗੀ। ਇਸ ਲਈ ਸਤਿਕਾਰਯੋਗ ਸਾਧ ਜਿੰਨਾ ਵੀ ਸਮਾਂ ਮਿਲੇ ਨਾਮ ਜਪਣਾ ਹੈ। ਬਾਣੀ 'ਚ ਰੁਚੀ ਹੈ ਬਾਣੀ ਪੜ੍ਹੋ, ਇੱਕੋ ਹੀ ਗੱਲ ਹੈ। ਨਾਮ 'ਚ ਰੁਚੀ ਹੈ ਨਾਮ ਜਪੀ ਜਾਓ, ਕਿਉਂਕਿ ਰੁਚੀ ਜੇ ਹੋਵੇਗੀ ਫਿਰ ਸਾਡਾ ਮਨ ਟਿਕ ਜਾਏਗਾ। ਨਹੀਂ ਜੇ ਰੁਚੀ ਨਾ ਹੋਵੇ ਫਿਰ ਮਨ ਭਟਕਦਾ ਰਹਿੰਦਾ, ਮਨ ਲੱਗਦਾ ਨਹੀਂ ਹੈਗਾ। ਇਹ ਤੁਹਾਡੀ ਆਪਣੀ ਰੁਚੀ ਹੈ। ਸੋ ਕਹਿਣ ਦਾ ਭਾਵ ਹੈ ਭਜਨ ਬੰਦਗੀ ਕਰਨੀ ਹੈ ਜਿੰਨਾ ਵੀ ਸਮਾਂ ਮਿਲੇ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਹਿਲਾ